ਦੇ ਵਿੱਚ ਥਮਿੰਦਰਵਾਨਾਂ ਦਾ ਵਰਗਿਆਂ ਦੀਆਂ। ਤੇ ਜੇ ਤੁਹਾਨੂੰ ਯਕੀਨ ਆ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਚਾਉਣਾ ਆ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਖੜ ਕੇ ਅਰਦਾਸ ਕਰਨੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਜਾ ਕੇ ਤੁਸੀਂ ਮੂੰਹ ਦਿਖਾਉਣਾ ਆ, ਤੇ ਫਿਰ ਇਸ ਬੰਦੇ ਨਾਲ ਅੱਜ ਹੀ ਨਾਤਾ ਤੋੜੋ। ਸੋ ਅੱਗੇ ਮੈਂ ਬੇਨਤੀ ਕਰੂੰਗਾ ਭਾਈ ਕਰਮਜੀਤ ਸਿੰਘ ਜੀ, ਉਹ ਵੀ ਆਪਣੇ ਜਿਹੜੇ ਚੰਦ ਸ਼ਬਦ ਜਿਹੜੇ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, जिन्नियां भी संगतां दूरों दरेडों चल के आईयां, सारियां दा इत्थे चल के आउण ते सिर मत्थे प्रवान हरेक चल के आया कदम जो अपने गुरु दे सत्कार वास्ते इत्थे पहुंचे है। सब तो पहला फतेह प्रवान करनी जी। वाहिगुरू जी का खालसा, वाहिगुरू जी की फतेह। गुरबाणी दा फरमान है, जे जीवै पत लथी जाए, सब हराम जेता किछ खाए। जे सिखो अज गुरु ग्रंथ साहब महाराज ते उपर नूं अपने लिए कुछ है, फिर सानू स्पष्ट कर देना चाहिए कि सानू गुरु ग्रंथ साहब ते भी उपर नूं कोई देवता मिल गया। नहीं तो सानू लगता नहीं है कि किसी नूं सुनेहा भेजण दी जरूरत है। जिहड़ी भाई साहब नूं ये गल कहनी पई कि सानू कालां आ रहीआं कि लोकी कहंदे आ तुहानूं कमेटियां दे नाल वार्ता करना चाहिदा सी। तुहानूं लगदा कमेटियां दे नाल वार्ता करन दी जरूरत है इस विषय ते? ਜਿਹੜੀਆਂ ਕਮੇਟੀਆਂ ਨੇ ਉਹਨਾਂ ਨੂੰ ਪੁੱਛਿਆ ਜਾਵੇ ਉਹ ਕਮੇਟੀਆਂ ਹੈ ਕਿਹਦੀਆਂ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਹੈ ਨਾ। ਜੇ ਗੁਰਦੁਆਰੇ ਦੀਆਂ ਕਮੇਟੀਆਂ ਤਾਂ ਉਹਨਾਂ ਦਾ ਫਰਜ਼ ਸਭ ਤੋਂ ਪਹਿਲਾਂ ਕੀ ਹੈ? ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਮਰ ਮਿਟ ਜਾਣਾ। ਅਸਲ 'ਚ ਜਿਹੜੇ ਸ਼ਬਦ ਅਸੀਂ ਸ਼ੁਰੂਆਤ ਕਰ ਲਏ ਨਾ ਇੱਥੇ ਆ ਕੇ, ਸਾਨੂੰ ਕਮੇਟੀਆਂ ਤੇ ਬੜਾ ਮਾਣ ਹੈ ਕਿ ਪ੍ਰਧਾਨ ਹੈ ਜੀ, ਸੈਕਟਰੀ ਸਾਹਿਬ ਆ ਰਹੇ ਹੈ ਐਨਕਾਂ ਹੱਥ ਦੇ ਵਿੱਚ ਫੜ ਕੇ। ਹੁਣ ਦੇਖੋ ਪ੍ਰਧਾਨ ਜੀ ਐਂਟਰ ਹੋ ਰਹੇ, ਹੁਣ ਸੈਕਟਰੀ ਸਾਹਿਬ ਐਂਟਰ ਹੋ ਰਹੇ ਆ। ਇਹ ਅਹੁਦੇ ਟੋਟਲੀ ਗਲਤ ਹੈ। ਪਹਿਲਾਂ ਤੇ ਹੋਣਾ ਚਾਹੀਦਾ ਸੀ ਕਿ ਇਹ ਮੁੱਖ ਸੇਵਾਦਾਰ ਹੈ। ਮੁੱਖ ਸੇਵਾਦਾਰ ਕਿਸ ਚੀਜ਼ ਦਾ? ਜਿੰਨੇ ਸੇਵਾਦਾਰ ਹੈ ਉਹਨਾਂ ਚੋਂ ਇਹ ਮੁਖੀ ਹੈ ਜੀ। ਇਹ ਵੱਧ ਚੜ ਕੇ ਸੇਵਾ ਕਰਦਾ, ਨਾ ਕਿ ਜਦੋਂ ਗੋਲਕ ਗਿਣੀ ਜਾਂਦੀ ਉਸ ਵੇਲੇ ਮੁਖੀ ਸਾਹਿਬ ਆ ਰਹੇ ਹੈ। ਜੇ ਮੁਖੀ ਸਾਹਿਬ ਆ ਰਹੇ ਆ ਤਾਂ ਫਿਰ ਉਹਨਾਂ ਨੂੰ ਕੋਈ ਬੁਲਾਵੇ ਦੀ ਲੋੜ ਨਹੀਂ ਪੈਣੀ ਚਾਹੀਦੀ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੇਰਾ ਫਰਜ਼ ਕੀ ਹੈ ਮੁੱਢਲਾ। ਇਹ ਜੋ ਇਸ ਬੰਦੇ ਨੇ ਕਾਨੂੰਨੀ ਹਰਕਤ ਕੀਤੀ ਹੈ ਖਾਲਸਾ ਜੀ, ਇਹ ਤੋਂ ਅਵੇਅਰ ਹੋਣ ਦੀ ਲੋੜ ਹੈ। ਜਿਨ੍ਹਾਂ ਨੂੰ ਨਹੀਂ ਪਤਾ, ਇੰਨਾ ਕੁ ਮੈਸੇਜ ਬਹੁਤ ਹੈ ਜਿੰਨਾ ਕੁ ਹੁਣ ਤੱਕ ਦੱਸਿਆ ਜਾ ਚੁੱਕਿਆ। ਬਹੁਤ ਦਫਾ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਗੱਲ ਅਸਲੀ ਹੈ ਕੀ ਹੈ। ਠੀਕ ਹੈ ਜੀ, ਕਿ ਜਦੋਂ ਹੁਣ ਤੁਹਾਨੂੰ ਪਤਾ ਲੱਗ ਗਿਆ ਸਾਰੀ ਗੱਲ ਦਾ ਕਿ ਪਹਿਲਾਂ ਤਾਂ ਕਿਸੇ ਕੋਲੇ ਅਧਿਕਾਰ ਨਹੀਂ ਹੈਗਾ ਕੋਈ ਚਾਈਨਾ ਤੋਂ ਗੁਰੂ ਸਾਹਿਬ ਦੇ ਸਰੂਪ ਛਪਵਾ ਕੇ ਮੰਗਵਾਏ ਜਾਣ। ਅੱਜ ਤੱਕ ਤੁਸੀਂ ਦੇਖਿਆ ਜਿਵੇਂ ਇੰਡੀਆ ਤੋਂ ਗੁਰੂ ਸਾਹਿਬ ਦੇ ਸਰੂਪ ਆਉਂਦੇ ਸੀ, ਹੁਣ ਉਹ ਸਿੱਖਾਂ ਨੂੰ ਸਲੂਟ ਕਰਨਾ ਬਣਦਾ ਕਿ ਨਹੀਂ ਬਣਦਾ? ਕਿ ਕਿਵੇਂ ਪੂਰਾ ਜਹਾਜ਼ ਬੁੱਕ ਕਰਾ ਕੇ, ਕੱਲੀ ਕੱਲੀ ਸੀਟ ਧਵਾ ਕੇ ਤੇ ਕੱਲੇ ਕੱਲੇ ਦੇ ਉੱਤੇ ਗੁਰੂ ਸਾਹਿਬ ਦੇ ਸਰੂਪ ਤੇ ਚੌਰ ਹੋ ਰਹੀ ਹੈ। ਫਿਰ ਜੋੜੇ ਲਾਏ ਜਾਂਦੇ ਹੈ, ਕਿਵੇਂ ਕਿਵੇਂ ਸਰੂਪ ਇੰਡੀਆ ਤੋਂ ਇੱਥੇ ਤੱਕ ਲਿਆਏ ਜਾਂਦੇ ਸੀ। ਫਿਰ ਜਦੋਂ ਕਿਸੇ ਨੇ ਲੈਣ ਆਉਣਾ ਗੁਰੂ ਸਾਹਿਬ ਦਾ ਸਰੂਪ, ਉਹਨੂੰ ਇਹ ਦੱਸਿਆ ਜਾਂਦਾ ਸੀ ਭਾਈ ਸਾਹਿਬ ਜੀ ਤੁਹਾਡੇ ਨਾਲ 5 ਸਿੰਘ ਹੋਣੇ ਚਾਹੀਦੇ ਘੱਟੋ ਘੱਟ, ਚੰਦੋਆ ਗੱਡੀ 'ਚ ਲੱਗਿਆ ਹੋਣਾ ਚਾਹੀਦਾ, ਚੌਰ ਤੁਹਾਡੇ ਕੋਲੇ ਹੋਣੀ ਚਾਹੀਦੀ, ਨਹੀਂ ਤਾਂ ਸਾਥੋਂ ਲੈ ਜਿਓ। ਅੱਜ UPS ਦੇ ਵਿੱਚ ਕਿਸੇ ਦੀ ਜ਼ਰੂਰਤ ਕਿਵੇਂ ਹੋ ਗਈ ਡਿਲੀਵਰੀਆਂ ਕਰਨੇ ਦੀ? ਇਹ ਜ਼ਰੂਰਤ ਤਾਂ ਹੋ ਗਈ ਨਾ ਜਦੋਂ ਅਸੀਂ ਸੁੱਤੇ ਪਏ ਹਾਂ। ਇਹ ਗੁਰੂ ਸਾਹਿਬ ਨੇ ਜੋ ਖਾਲਸਾ ਜੀ ਸਾਨੂੰ ਦਿੱਤਾ ਹੈ ਨਾ, ਇਹ ਤੁਹਾਡੀਆਂ ਕੁਰਬਾਨੀਆਂ ਨੇ। ਪਹਿਲਾਂ ਤਾਂ ਐਵੇਂ ਕਿਸੇ ਨੂੰ ਸਿੱਖੀ 'ਚ ਜਨਮ ਨਹੀਂ ਮਿਲਿਆ, ਇਹ ਪਛਾਣ ਲੈਣਾ ਚਾਹੀਦਾ। ਜੇ ਹੁਣ ਸ਼ੇਰ ਦਾ ਬੱਚਾ ਜਾ ਕੇ ਭੇਡਾਂ ਦੇ ਵਿੱਚ ਕਿਤੇ ਉਹਦਾ ਜਨਮ ਹੋ ਜਾਵੇ, ਉੱਥੇ ਰਹਿਣਾ ਪੈ ਜਾਵੇ, ਉਹਨੂੰ ਆਪਣਾ ਆਪ ਭੁੱਲ ਜਾਵੇ, ਤਾਂ ਹੁਣ ਉਹਦੇ ਵਿੱਚ ਸ਼ੇਰ ਦਾ ਤਾਂ ਕੋਈ ਕਸੂਰ ਨਹੀਂ, ਸ਼ੇਰਨੀ ਦਾ ਤਾਂ ਕੋਈ ਕਸੂਰ ਨਹੀਂ ਜਿਹਨੇ ਉਹਨੂੰ ਜਨਮ ਦਿੱਤਾ। ਕਲਗੀਧਰ ਪਾਤਸ਼ਾਹ ਨੇ ਤਾਂ ਤੁਹਾਨੂੰ ਦੱਸਤਾ ਵੀ ਤੁਸੀਂ ਕਿਸ ਮਿੱਟੀ ਦੇ ਬਣੇ ਹੋਏ ਆ। ਜੋ ਆਬੇ ਹਯਾਤ ਤੁਹਾਨੂੰ ਪਿਲਾਇਆ ਗਿਆ ਤਾਂ ਵਰਲਡ 'ਚ ਕਿਤੇ ਹੈ ਨਹੀਂਗਾ। ਅਸੀਂ ਅੱਜ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ, ਹੋਰ ਗੱਲ ਕੁਛ ਨਹੀਂ ਹੈਗੀ। ਫਿਰ ਜਦੋਂ ਭੀੜ ਪੈਣੀ ਹੈ, ਸਾਡੇ ਸਿਰ ਤੇ ਬੁਰੀ ਹਾਲਤ ਹੋਣੀ ਸਾਡੀ, ਉਦੋਂ ਅਸੀਂ ਵਾਪਸ ਮੁੜਨਾ। ਉਦੋਂ ਨੂੰ ਇਹ ਨਾ ਹੋਵੇ ਕਿ ਸਾਨੂੰ ਲੋਕੀ ਕਹਿਣ ਵੀ ਹੁਣ ਤਾਂ ਬਹੁਤ ਜ਼ਿਆਦਾ ਲੇਟ ਹੋ ਗਏ ਤੁਸੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਉੱਪਰ ਨੂੰ ਸਾਡੇ ਲਈ ਕੁਛ ਨਹੀਂ ਹੈ। ਤੇ ਹੁਣ ਜਿਵੇਂ ਉਹਨਾਂ ਨੇ ਕਿੱਥੇ ਵੇਅਰ ਹਾਊਸ ਦੇ ਵਿੱਚ ਰੱਖੇ ਹੋਏ ਆ, ਜਦ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਗਿਆ, ਅਸੀਂ ਅੰਦਰ ਘਰਾਂ ਦੇ ਵਿੱਚ ਵੜ ਕੇ ਬਹਿ ਨਹੀਂ ਸਕਦੇ, ਰਾਤ ਨੂੰ ਸੌ ਨਹੀਂ ਸਕਦੇ। ਇਸ ਕਰਕੇ ਇਹ ਸਾਰੇ ਵੀਰ ਜਿਵੇਂ ਇੱਥੇ ਇਕੱਠੇ ਹੁੰਦੇ, ਅੱਜ ਤਾਂ ਭੈਣਾਂ ਵੀ ਆਈਆਂ, ਬੀਬੀਆਂ ਆਈਆਂ ਹੋਈਆਂ ਨੇ, ਬੱਚੇ ਆਏ ਹੋਏ ਆ,
ਇਹ ਕੋਈ ਵਿਹਲੇ ਨਹੀਂ ਹੈਗੇ, ਸਾਰੇ ਕੰਮਾਂ ਕਾਰਾਂ ਵਾਲੇ ਹੈ, ਸਾਰੇ ਆਪੋ ਆਪਣੇ ਕੰਮ ਛੱਡ ਕੇ ਆਏ ਆ। ਜੇ ਕੋਈ ਵੀਰ ਨਹੀਂ ਆ ਸਕਿਆ ਤਾਂ ਉਹ ਘੱਟੋ ਘੱਟ ਜਿਹੜੇ ਅੱਗੇ ਲਾ ਕੇ ਚੱਲ ਰਹੇ ਉਹਨਾਂ ਤੇ ਕਮੈਂਟ ਨਾ ਉਹਨਾਂ ਨੂੰ ਕਰਨ। ਇਹ ਸਿੱਖਿਆ ਦੇਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਉੱਥੇ ਕੀ ਕਰਨ ਜਾਂਦੇ ਹੋ, ਫਲਾਣੀ ਜਗ੍ਹਾ ਇੰਨੇ ਸਰੂਪ ਪਏ ਉਹਨਾਂ ਦਾ ਹਿਸਾਬ ਲੈ ਲਓ ਪਹਿਲਾਂ। ਇਹ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਗੱਲਾਂ ਕਹਿਣ ਤੋਂ ਪਹਿਲਾਂ। ਇਹਨਾਂ ਦਾ ਜ਼ਮੀਰ ਜਾਗਿਆ ਤੇ ਇੱਥੇ ਇਕੱਠੇ ਹੋਏ ਆ, ਕੰਮ ਛੱਡ ਕੇ ਆਏ ਆਪੋ ਆਪਣੇ। ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ, ਇਹ ਅਸੀਂ ਸਿਸਟਮ 'ਚ ਰਹਿ ਕੇ ਕੰਮ ਕਰ ਰਹੇ ਹਾਂ ਜਿੰਨਾ ਕਰ ਰਹੇ ਹਾਂ। ਸਾਨੂੰ ਇਹ ਨਾ ਸਮਝਿਆ ਕਰੋ ਕਿ ਇਹ ਖਲਲ ਪਾਉਣ ਜਾਂਦੇ ਆ ਉੱਥੇ। ਇਸ ਬੰਦੇ ਨੂੰ ਹੁਣ ਆਪਾਂ ਮਿਸ਼ਨਰੀ ਵੀਰਾਂ ਨੂੰ ਪੁੱਛ ਲੈਂਦੇ ਹਾਂ, ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਅਸੀਂ ਤਾਂ ਅਕਾਲ ਤਖਤ ਨੂੰ ਸਮਰਪਣ ਹੈ, ਅਕਾਲ ਤਖਤ ਨੂੰ ਸਮਰਪਿਤ ਹੋ। ਤੇ ਜੇ ਤੁਸੀਂ ਦੇਖਿਆ ਜਾਵੇ ਤਾਂ ਤੁਸੀਂ ਕਹਿ ਦਿੰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ? ਇਹ ਅਕਾਲ ਤਖਤ ਦੇ ਜਥੇਦਾਰ ਨੇ ਇਹਨਾਂ ਨੂੰ ਸੱਦਿਆ, ਜਿਹਦਾ ਇਹਨੇ ਕਹਿਤਾ ਮੈਂ ਉਹਦੀ ਪਰਵਾਹ ਨਹੀਂ ਕਰਦਾ। ਜੇ ਤੁਸੀਂ ਅਕਾਲ ਤਖਤ ਦੇ ਜਥੇਦਾਰ ਦੀ ਪਰਵਾਹ ਨਹੀਂ ਕਰਦੇ, ਫਿਰ ਇਹਦਾ ਮਤਲਬ ਹੈ ਤੁਸੀਂ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਵਾਹ ਨਹੀਂ ਕਰ ਰਹੇ, ਫਿਰ ਤੁਹਾਡਾ ਕੋਈ ਇਸ਼ਟ ਹੈ ਨਹੀਂਗਾ। ਆਪਣਾ ਪੱਖ ਸਪਸ਼ਟ ਕਰ ਦਿਓ, ਇਹ ਬੇਨਤੀ ਹੈ। ਜਿਹੜੇ ਨਹੀਂ ਆਏ, ਇੱਥੇ ਪਹੁੰਚੇ ਨਹੀਂ ਹੈਗੇ, ਉਹ ਸਪਸ਼ਟ ਕਰ ਦਿਓ। ਜੇ ਕਈਆਂ ਦੀ ਮਜਬੂਰੀ ਵੀ ਹੋ ਸਕਦੀ ਹੈ, ਨਹੀਂ ਤਾਂ ਅਗਲੀ ਵਾਰੀ ਜਦੋਂ ਤੁਹਾਨੂੰ ਕਾਲ ਆਵੇ, ਪਤਾ ਲੱਗੇ, ਮੈਸੇਜ ਪਹੁੰਚੇ, ਇੱਥੇ ਵੱਧ ਚੜ੍ਹ ਕੇ ਇਕੱਠ ਹੋਣਾ ਚਾਹੀਦਾ, ਕਿਉਂਕਿ ਸਿਸਟਮ 'ਚ ਰਹਿ ਕੇ ਪ੍ਰੋਟੈਸਟ ਕੀਤਾ ਜਾ ਰਿਹਾ। ਬਕਾਇਦਾ ਪੁਲਿਸ ਇੱਥੇ ਪਹੁੰਚੀ ਹੋਈ ਹੈ, ਸਭ ਨੂੰ ਪਤਾ ਕਿ ਇੱਥੇ ਕੋਈ ਹੱਲੜਬਾਜ਼ੀ ਨਹੀਂ ਕਰ ਰਿਹਾ। ਅਸੀਂ ਇਸ ਬੰਦੇ ਤੋਂ ਜਵਾਬ ਮੰਗ ਰਹੇ ਹਾਂ ਕਿ ਜਿੰਨੇ ਸਰੂਪ ਤੁਹਾਡੇ ਕੋਲ ਹੈ ਉਹ ਸਿੱਖ ਕੌਮ ਨੂੰ ਸੌਂਪ ਦਿੱਤੇ ਜਾਣ। ਦੈਟਸ ਆਲ, ਇਹ ਇੰਨੀਆਂ ਹੀ ਬੇਨਤੀਆਂ। ਸੋ ਜੇ ਕਿਸੇ ਨੂੰ ਵੱਧ ਘੱਟ ਲੱਗਿਆ, ਮਹਿਸੂਸ ਹੋਇਆ ਹੋਵੇ ਤਾਂ ਬੇਨਤੀ ਹੈ, ਤੇ ਇੱਥੇ ਹੀ ਮਾਫੀ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਭਾਈ ਸਾਹਿਬ ਜੀਆਂ ਦਾ, ਬੇਕਰਸਫੀਲਡ ਤੋਂ ਪਹੁੰਚੇ ਨੇ। ਅਗਲੀ ਬੇਨਤੀ ਹੈ ਜੀ ਵੀ ਜੇ ਕਿਸੇ ਵੀ ਸਿੰਘ ਵੀਰ ਨੇ 2-4 ਮਿੰਟ ਲੈਣੇ ਹੋਣ ਤਾਂ ਟਾਈਮ ਲਿਖਾ ਦਿਓ, 1-2 ਬੁਲਾਰੇ ਨੇ। ਉਸ ਤੋਂ ਬਾਅਦ ਆਪਾਂ ਫਿਰ ਅਗਲੀ ਜਿਹੜੀ ਕਾਰਵਾਈ ਆਪਾਂ ਉਹਦੇ ਤੇ ਵਿਚਾਰ ਕਰਾਂਗੇ। ਉਹ ਫਿਰ ਆਪਾਂ ਵੀਡੀਓ ਕੈਮਰੇ ਬੰਦ ਕਰਕੇ ਨਿੱਜੀ ਰੂਪ 'ਚ ਆਪਾਂ ਇਕੱਤਰ ਹੋ ਕੇ ਖੁੱਲੀਆਂ ਵਿਚਾਰਾਂ ਕਰਕੇ ਅਗਲਾ ਆਪਾਂ ਕੀ ਆਪਣੇ ਫੈਸਲਾ ਵਾ, ਆਪਾਂ ਅਗਲੀ ਕਾਰਵਾਈ ਕੀ ਕਰਨੀ ਆ, ਆਪਾਂ ਉਹਦੇ ਤੇ ਵਿਚਾਰ ਕਰਾਂਗੇ। ਤੇ ਉਹਨੇ ਟਾਈਮ 'ਚ ਮੇਰੀ ਬੇਨਤੀ ਹੈ ਵੀ ਸੜਕ ਖਾਲੀ ਰੱਖੋ। ਜਿਹਨੇ ਪ੍ਰਸ਼ਾਦਾ ਮਗਰ ਆ ਚੁੱਕਿਆ ਸਿੰਘ, ਪੀਜੇ ਦਾ ਲੰਗਰ ਵੀ ਲੈ ਕੇ ਆਇਆ, ਚਾਹ ਪਾਣੀ ਮਗਰ ਛਕਣਾ ਉਹ ਮਗਰ ਛਕ ਲਓ। ਤੇ ਜਿਹੜੇ ਵੀਰ ਨੂੰ ਟਾਈਮ ਚਾਹੀਦਾ ਉਹ 2 ਮਿੰਟ ਚਾਹਿਆ ਹੈਗੇ ਆ ਤਾਂ ਆਪ ਜੀ ਇੱਧਰ ਆ ਕੇ ਲਿਖਾ ਦਿਓ। ਠੀਕ ਆ ਜੀ। ਮੈਂ ਬੇਨਤੀ ਕਰੂੰਗਾ ਭਾਈ ਕੇ ਕਰਕੇ ਗਿਆ ਸੀ ਤਾਂ ਇਹ ਸਿੰਘ ਚੜ੍ਹਦੀ ਕਲਾ ਵਾਲੇ ਅਸੀਂ ਸਾਰੇ ਇਕੱਠੇ ਹੋ ਕੇ ਫਰਿਜਨੋਂ ਗੁਰੂ ਘਰ ਵੀ ਗਏ। ਪਰ ਮੈਂ ਇੱਕ ਬੇਨਤੀ ਕਰਾਂ ਵੀ ਭਾਈ ਨਛੱਤਰ ਸਿੰਘ ਜੀ ਇੱਕ ਗੱਲ ਕਹਿਣ ਲੱਗਿਆ, ਕਹਿੰਦੇ ਵੀ ਨੌਜਵਾਨ ਘੱਟ ਆਇਆ। ਮੇਰੇ ਮਨ 'ਚ ਇੱਕ ਖਿਆਲ ਆਇਆ, ਨਾਲ ਦੇ ਸਿੰਘ ਆਮ ਹੀ ਸ਼ਬਦ ਵਰਤਦੇ ਆ ਮਕਾਨ, ਤੇ ਜੇ ਅੱਜ ਮਕਾਨ ਦੇਣਾ ਆ ਪਿੰਡਾਂ ਵਾਲਿਆਂ ਤੇ ਮਕਾਨ ਵਾਸਤੇ ਥੋੜੇ ਜਿਹੇ ਬਜ਼ੁਰਗ ਹੀ ਆਉਂਦੇ ਹੁੰਦੇ ਆ ਸਿੰਘ, ਫਿਰ ਤੁਹਾਨੂੰ ਪਤਾ ਕਿਹੜੇ ਕੰਮਾਂ 'ਚ ਆਉਂਦੇ ਆ। ਉਹ ਸਿੰਘ ਜਿੰਨੇ ਕਾਏ ਸੀ ਉਹ ਆਪਣੇ ਬਿਆਨ ਦੇ ਗਏ ਨੇ। ਸਿੰਘ ਕਹਿੰਦੇ ਫਿਰ ਅਸੀਂ ਆਪਣੀ ਚੜ੍ਹਦੀ ਕਲਾ 'ਚ ਵਰਤਾਂਗੇ ਪੁਰਾਤਨ ਸਿੰਘ ਵਾਲਾ ਇਤਿਹਾਸ। ਸੋ ਪਹਿਲੀ ਗੱਲ ਤਾਂ ਜਿੰਨੀ ਕੁ ਤੁਹਾਡੇ ਲਾਈਵ ਵੀਡੀਓ ਰਾਹੀਂ ਆਹ ਘਰ ਆ ਉਹਦਾ ਥਮਿੰਦਰ ਆਨੰਦ ਦਾ ਦਿਖਾ ਦਿਓ ਮਾੜਾ ਜਿਹਾ। ਤੇ ਐਲਏ ਦੇ ਵਿੱਚ ਹੈ। ਅੱਜ ਦੂਜੀ ਵਾਰ ਇਹਦੀ ਮਕਾਨ ਦੇਣ ਆਇਆ ਤੇ ਇਹ ਘਰ ਨਹੀਂ ਰੁਕਿਆ। ਇਹ ਹਾਲਾਤ ਬਣ ਜਾਂਦੇ ਆ ਕੌਮ ਦੇ ਨਾਲ, ਜਿਹੜੀ ਘਾਤ ਕਰਨ ਵਾਲਿਆਂ ਦੇ। ਘਰੋਂ ਭੱਜਣਾ ਪੈਂਦਾ, ਰਿਸ਼ਤੇਦਾਰ ਗਾਲਾਂ ਕੱਢਦੇ ਨੇ। ਉਹ ਸਿਆਣੇ ਬਣ ਜਾਓ, ਸਿਆਣੇ ਬਣ ਜਾਓ। ਹੁਣ ਸਮਾਂ ਆਪਣੇ ਕੋਲੇ ਥੋੜਾ, ਆਪਾਂ ਅਗਲੀਆਂ ਵਿਚਾਰਾਂ ਕਰਨੀਆਂ। ਹਾਂਜੀ ਡਾਇਮੰਡ ਵਾਰ ਸਟਰੀਟ ਦਾ ਨਾ ਕਹਿੰਦੇ ਹੋ, ਸਿਟੀ ਡਾਇਮੰਡ ਵਾਰ। ਓਕੇ ਜੀ। ਐਲਏ ਦੇ ਵਿੱਚ ਛੋਟਾ ਜਿਹਾ ਟਾਊਨ ਡਾਇਮੰਡ ਵਾਰ ਹੈਗਾ ਜੀ ਕਹਿੰਦੇ। ਤੇ ਹੁਣ ਮੈਂ ਬੇਨਤੀ ਕਰੂੰ ਭਾਈ ਮੇਹਰ ਸਿੰਘ ਤੇ ਭਾਈ ਫਤਿਹ ਸਿੰਘ, ਉਹਨਾਂ ਨੂੰ 2-2 ਮਿੰਟ ਬਾਅਦ। ਉਦੋਂ ਬਾਅਦ ਜੇ ਕੋਈ ਵੀਰ ਦੇ ਮਨ 'ਚ ਕੋਈ ਬਲਬਲਾ, ਕੋਈ ਸੁਝਾਅ ਦੇਣਾ ਚਾਹੁੰਦਾ, ਸੁਝਾਅ ਤਾਂ ਆਪਾਂ ਓਪਨ 'ਚ ਲਵਾਂਗੇ। ਜੇ ਕੋਈ ਵੀਰ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਨਾ ਲਿਖਵਾ ਦਿਓ, ਨਹੀਂ ਤਾਂ ਫਿਰ ਆਪਾਂ ਓਪਨਲੀ ਆਪਾਂ ਕੈਮਰੇ ਬੰਦ ਕਰਾਂਗੇ ਤੇ ਅਗਲੀ ਵਿਚਾਰ ਕਰਕੇ ਫਿਰ ਲਾਈਵ ਹੋ ਕੇ ਜੋ ਅਗਲੀ ਕਾਰਵਾਈ, ਅਗਲਾ ਫੈਸਲਾ ਆਪਣਾ ਹੋਊਗਾ ਆਪਾਂ ਉਹ ਸੰਗਤਾਂ ਨਾਲ ਸਾਂਝਾ ਕਰਾਂਗੇ। ਧੰਨਵਾਦ ਜੀ। ਭਾਈ ਨਰਿੰਦਰ ਸਿੰਘ ਜੀ, ਭਾਈ ਮੇਹਰ ਸਿੰਘ ਜੀ, ਭਾਈ ਮੇਹਰ ਸਿੰਘ ਜੀ ਆਪ ਜੀ ਆ ਜਾਓ, ਜਾਨੂੰ ਆ ਕੇ ਆ ਜਾਓ ਭਾਈ ਸਾਹਿਬ ਜੀ, ਕੋਈ ਗੱਲ ਨਹੀਂ, ਤੁਸੀਂ ਵੀ ਆ ਜਾਓ ਨੇੜੇ। 2-2 ਮਿੰਟ ਆਪਾਂ ਨਵੇੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਾਰੀਆਂ ਸੰਗਤਾਂ ਨੂੰ ਅੱਜ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਦੀਆਂ। ਅੱਛਾ ਜੀ। ਦੂਸਰਾ, ਅੱਜ ਇਹ ਸੰਗਤਾਂ ਸਾਰੀਆਂ ਜਿਹੜੀਆਂ ਪਿਆਰ ਕਰਦੀਆਂ ਵਾ ਸਤਿਗੁਰੂ ਨੂੰ ਜਾਂ ਜਾਗਤ ਜੋਤ ਮੰਨਦੀਆਂ, ਉਹ ਤੇ ਅੱਜ ਹਾਜ਼ਰੀ ਆ ਸਾਰੀਆਂ। ਤੇ ਮੈਨੂੰ ਇਹਨਾਂ ਲੱਗਦਾ ਵਾ ਵੀ ਜਿੱਦਾਂ ਆਪਾਂ ਗੁਰੂ ਘਰ 'ਚ
ਮੈਨੂੰ ਲੱਗਦਾ ਵੀ ਕਈ ਬੰਦੇ ਇਨਵੋਲਵ ਵੀ ਆ ਜਾਂਦੇ ਆ, ਉਹ ਕਮੇਟੀ ਵਾਲਿਆਂ ਨੂੰ ਵੇਖ ਕੇ ਵੀ ਆਪਾਂ ਪਤਾ ਨਹੀਂ ਇਹਦੀ ਕਿੰਨੀ ਹਉਮੈ ਆ ਜਾਂ ਕਿੱਦਾਂ ਵਾ, ਇਹ ਸਾਨੂੰ ਨਾਲ ਜੋੜਨੇ ਪੈਣੇ ਆ। ਅਸੀਂ ਗੁਰਦੁਆਰਾ ਸਾਹਿਬ ਰਿਵਰ ਸਾਈਡ ਤੋਂ ਇਹ ਪਹਿਲਾਂ ਮੀਟਿੰਗ ਇਹਦੀ ਰੱਖੀ ਗਈ ਸੀਗੀ ਆਪਣੇ ਗੁਰਦੁਆਰਾ ਸਾਹਿਬ ਤੇ ਮੈਨੂੰ ਲੱਗਦਾ ਇਹਦੇ ਵੱਲੋਂ ਕੇਸ ਵੀ ਪਿਆ ਵਾ ਸਾਡੇ ਗੁਰੂ ਘਰ ਤੇ ਆਪਣੇ ਫਿਰ ਵੀ ਸਾਡੇ ਪ੍ਰਧਾਨ ਸਾਹਿਬ ਸੋਢੀ ਸ਼ੌਕਰ ਸਾਹਿਬ, ਸਾਡੇ ਗੁਰਪ੍ਰੀਤ ਸਿੰਘ ਕੱਖ ਜੀ, ਖਜ਼ਾਨਚੀ ਸਾਹਿਬ, ਜਿੰਨੇ ਵੀ ਆਪ ਸਕਦੇ ਸੀ ਪੂਰੇ ਪਹੁੰਚੇ ਆ। ਪਰ ਕਈ ਗੱਲਾਂ 'ਚ ਫਿਰ ਵੀ ਬੰਦੇ ਕਈ ਅੜ ਜਾਂਦੇ ਆ, ਜਿਹੜੇ ਜਿੱਦਾਂ ਕਿ ਪਿਛਲੇ ਵੀਕ ਹੀ 30 ਤਰੀਕ ਨੂੰ ਆਪਣੇ ਇੱਥੇ ਸੀਗਾ ਹੈ ਨਾ, 30 ਤਰੀਕ ਨੂੰ ਰੱਖਿਆ ਸੀਗਾ। ਉਦੋਂ ਉਹ ਕਹਿੰਦੇ ਵੀ ਅਜੇ ਅੱਜ ਦਾ ਦਿਨ ਹੈਗਾ ਉਹਦੇ ਲਈ, ਅੱਜ ਵੀ ਉਹਨਾਂ ਦਾ ਸੀਗਾ ਵੀ 1 ਮਹੀਨਾ ਹੈਗਾ ਅਜੇ ਉਹਦੇ ਲਈ, ਜਿਹੜਾ ਹੁਕਮਨਾਮਾ ਆਇਆ ਉਹ ਤੇ ਲਿਖਿਆ 1 ਮਹੀਨਾ ਹੈਗਾ ਅਜੇ। ਤੇ ਫਿਰ ਸਾਡਾ ਮਤਲਬ ਨਹੀਂ ਕਹਿੰਦੇ ਸਾਡੇ ਜਾਣ ਦਾ, ਪਰ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ, ਜਿਹੜੇ ਉਹਨੂੰ ਜਾਗਤ ਜੋਤ ਮੰਨਦੇ ਆ, ਉਹਨਾਂ ਕੋਲ ਨਹੀਂ ਸਬਰ ਹੈਗਾ, ਉਹ ਫਿਰ ਵੀ ਪਹੁੰਚਦੇ ਆ। ਪਰ ਅੱਜ ਆਉਂਦਿਆਂ ਸਾਡੇ ਉਹ ਗੁਰਪ੍ਰੀਤ ਸਿੰਘ ਕੱਖ ਭਾਜੀ ਹੋਣਾ ਨਾਲ ਗੱਲਬਾਤ ਹੋਣ ਡਈ ਗੁਰਦੀਪ ਸਿੰਘ ਮਲਕ ਦੀ, ਕਿਉਂਕਿ ਜੇ ਇਹ ਹੈ ਆਪਣੇ ਵਿੱਚੋਂ ਹੀ ਆ ਬੰਦੇ, ਜਿਹੜੇ ਬੰਦੇ ਥੋੜ੍ਹੇ ਬਹੁਤੇ ਦੋਸ਼ੀ ਆ, ਜੇ ਉਹਨਾਂ ਨੂੰ ਜੋੜੀਏ ਨਾਲ, ਉਹਨਾਂ ਕੋਲ ਗੱਲਬਾਤ ਦਾ ਪੂਰਾ ਪਤਾ ਲਾਈਏ ਤੇ ਇੱਦਾਂ ਹੀ ਲੱਗ ਸਕਦਾ ਵਾ। ਉਹ ਭਾਈ ਸਾਹਿਬ ਜੀ ਨਾਲ ਉਹਦੀ ਗੱਲਬਾਤ ਹੋਈ ਆ ਵੀ ਜੇ ਆਪਾਂ ਉਹਦੇ ਨਾਲ ਜਾ ਕੇ ਗੱਲ ਕਰਨਾ ਚਾਹੁੰਦੇ ਆ, ਇੱਥੋਂ ਸਿੰਘ ਕੋਈ ਵੀ ਆਪਾਂ ਉਹਦੇ ਕੋਲ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਤੇ ਆਪਾਂ ਜਾ ਕੇ ਉਹਦੇ ਘਰ ਇਨਫੋਰਮੇਸ਼ਨ ਗੁਰੂ ਘਰ ਲੈ ਸਕਦੇ। ਗੁਰੂ ਘਰ ਹਾਂਜੀ, ਉਹਦੇ ਘਰ ਨਹੀਂ, ਗੁਰਦੁਆਰਾ ਸਾਹਿਬ ਹੀ ਆਖਿਆ ਨਾ, KCF ਹਾਂ KCF ਗੁਰਦੁਆਰਾ ਸਾਹਿਬ। ਉਹ ਕਹਿੰਦਾ ਵੀ ਪਹੁੰਚ ਕੇ ਉੱਥੇ ਆਣ ਕੇ ਆਪਾਂ ਉਹਦੇ ਕੋਲ ਲੈ ਸਕਦੇ ਆ। 5-7 ਬੰਦਿਆਂ ਦੇ ਜਿਹੜੇ ਵੀ ਗੱਲਬਾਤ ਕਹਿੰਦੇ ਹੋ ਗਈ ਤੇ ਜੇ ਆਪਾਂ ਨੂੰ ਕੋਈ ਏਦਾਂ ਕੋਈ ਕਲੂ ਨਿਕਲਦਾ ਵਾ, ਕੋਈ ਇਨਫੋਰਮੇਸ਼ਨ ਆਉਂਦੀ ਆ ਤੇ ਮੈਂ ਉਹਨਾਂ ਵੀ ਜ਼ਰੂਰ ਵੱਧ ਕੇ ਕੋਈ ਵੀ ਸਾਡਾ ਸਾਥ ਦੇਵੇ, ਇਹ ਬਿਲਕੁਲ ਸਹੀ ਗੱਲ। ਪਰ ਇੱਥੇ ਮੁੱਦਾ ਇੱਕ ਜੇ ਧਰਮਿੰਦਰ ਆਨੰਦ ਦਾ ਵਾ ਤੇ ਉਹਦੇ ਤੇ ਹੀ ਆਪਾਂ ਸਥਿਰ ਰਹੀਏ, ਨਾ ਕਿ ਕਮੇਟੀਆਂ ਨੂੰ ਇਨਵੋਲਵ ਕਰੀਏ, ਸਾਰਿਆਂ ਨੂੰ ਪਿਆਰ ਨਾਲ ਜੋੜੀਏ ਤੇ ਦੱਸੀਏ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਇਹ ਸਾਡੇ ਲਈ ਜਾਗਤ ਜੋਗਤ ਇਹ ਤੋਂ ਪਾਤਸ਼ਾਹ ਵਾ, ਇਹਦੇ ਤੋਂ ਬਿਨਾਂ ਆਪਣਾ ਨਹੀਂ ਹੈ ਗੁਜ਼ਾਰਾ। ਚਲੋ ਆਪਣੇ ਗੁਰੂ ਘਰ ਆਉਂਦੇ ਆ, ਮਿਸ਼ਨਰੀ ਸਾਰੇ ਆਉਂਦੇ ਆ ਗੁਰੂ ਘਰ, ਸਾਰੇ ਹੀ ਪ੍ਰਵਾਨ, ਆਪਾਂ ਕਿਸੇ ਨੂੰ ਕਹਿ ਕੀ ਸਕਦੇ ਆ, ਪਰ ਜਿੱਦਾਂ ਅਸੀਂ ਮੰਨਦੇ ਆ ਅਸੀਂ ਉਹ ਚੀਜ਼ 'ਚ ਪਿੱਛੇ ਰਹੇ ਆ ਆਪਾਂ ਦੱਸਣ ਵਾਲੇ। ਪਰ ਸਾਡੀਆਂ ਥੋੜ੍ਹੀਆਂ ਜਿਹੀਆਂ ਪ੍ਰੋਬਲਮਾਂ, ਸਾਨੂੰ ਪਿੱਛੋਂ ਵੀ ਇੰਨਾ ਹੰਗਾਰਾ ਨਹੀਂ ਮਿਲਿਆ। ਜੇ ਅਕਾਲ ਤਖ਼ਤ ਸਾਹਿਬ ਤੋਂ, ਜੇ 5 ਤਖ਼ਤਾਂ ਦੇ ਸਾਹਿਬਾਨ ਤੋਂ ਸਾਨੂੰ ਹੰਗਾਰਾ ਮਿਲਣਾ ਚਾਹੀਦਾ ਸੀ ਪੂਰੇ ਵੱਡੇ ਲੈਵਲ 'ਤੇ, ਪਰ ਨਹੀਂ ਮਿਲਿਆ ਉਹਨਾਂ ਦੇ। ਜੇ ਉਹਨਾਂ ਨੂੰ ਅਸੀਂ ਅੱਖੋਂ ਪਰਖੇ ਕਰਦੇ ਆ ਤੇ ਅੱਜ ਇਹ ਨਹੀਂ ਆ ਵੀ ਤੁਸੀਂ ਪਿਛਲੀਆਂ ਭੁੱਲ ਸਕਦੇ ਜੇ, ਜੋ ਵੀ 328 ਸਰੂਪਾਂ ਦੀ ਜਾਂ ਉਹ ਤੋਂ ਪਹਿਲਾਂ ਜਦੋਂ ਅਟੈਕ ਹੋਇਆ, ਜਿਹੜੇ ਉਦੋਂ 500 ਕਿੰਨੇ ਸਰੂਪ ਉਦੋਂ ਜਿਹੜੇ ਵਾਪਸ ਆਏ ਫਿਰ ਨਹੀਂ ਦਿੱਤੇ ਗਏ। ਇੱਕ ਦਰਬਾਰ ਸਾਹਿਬ ਵੱਲੋਂ ਥੋੜ੍ਹੇ ਜਿਹੇ ਬੰਦਿਆਂ ਦੀ ਇਨਕੁਆਇਰੀ ਕਰਕੇ ਕੱਢ ਦਿੱਤੇ ਜਾਂਦੇ ਆ ਬੰਦੇ ਆਪਣੇ ਦਰਬਾਰ ਸਾਹਿਬ ਤੋਂ, ਜਿਹੜੇ ਹੁਣ 328 ਸਰੂਪਾਂ ਦੇ ਵਿੱਚ ਵਾਪਸ ਆਏ ਸੀਗੇ। ਉਹ ਕੋਰਟ ਕੋ ਆਰਡਰ ਲੈ ਕੇ ਤੁਹਾਡੇ ਦਰਬਾਰ ਸਾਹਿਬ ਫਿਰ ਆਣ ਕੇ ਹਾਜ਼ਰੀ ਭਾਂਡੇ ਆ। ਕਿਹੜੇ ਹਿਸਾਬ ਨਾਲ ਆਪਾਂ ਉੱਥੇ ਵੀ ਇੱਕ ਬੰਦੇ ਨੂੰ, ਇੱਕ ਤੁਹਾਡਾ ਅਦਾਰਾ ਹੋਏ, ਤੁਹਾਡਾ ਤਖਤ ਹੋਏ, ਉਹਨੂੰ ਆਪਾਂ ਕੱਢ ਦਈਏ, ਉਹਨੂੰ ਨੌਕਰੀ ਤੋਂ ਕੱਢਤਾ ਉਹਨਾਂ ਨੂੰ, ਉਹ ਬੰਦੇ ਫਿਰ ਹਾਈ ਕੋਰਟ ਤੋਂ ਸਟੇ ਲੈ ਕੇ ਗੁਰਦੁਆਰਾ ਸਾਹਿਬ 'ਚ ਨੌਕਰੀ ਕਰਨ ਆ ਜਾਣ ਵਾਪਸ। ਜਿਹੜੇ ਬੰਦਿਆਂ ਨੇ ਸਟੈਪ ਲਿਆ ਉਹ ਬੰਦੇ ਕਿੱਥੇ ਆ, ਉਹ ਕੀ ਕਰਨਗੇ ਵਿਚਾਰੇ? ਇਹ ਸਾਰੀ ਗੱਲਾਂ ਵਿਚਾਰਨੀਆਂ ਪੈਣੀਆਂ ਵਾ। ਸੋ ਦੂਸਰਾ ਇਹਦੇ ਤੇ ਹੀ ਆਪਾਂ ਧਰਮਿੰਦਰ ਆਨੰਦ ਤੇ ਹੀ ਰੱਖੀਏ ਸਾਰੀ ਗੱਲ ਵੀ ਇਹਨੇ ਮੇਨ ਦੋਸ਼ੀ ਇਹ ਆ। ਬਾਕੀ ਜਿਹੜਾ ਵੀ ਕਿਸੇ ਦੀ ਪਹੁੰਚ ਹੁੰਦੀ ਆ ਜ਼ਰੂਰ ਗੱਲਬਾਤ ਕਰੋ ਸਾਰਿਆਂ ਨਾਲ, ਜਿਹੜੇ ਨਾਲ ਦੇ ਦੋਸ਼ੀ ਆ ਉਹਨਾਂ ਨੂੰ ਮਿਲਾ ਕੇ ਆਪਾਂ ਜਿੰਨੀ ਕੁ ਇਨਫੋਰਮੇਸ਼ਨ ਲੈ ਸਕਦੇ ਆ ਲਈਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇੱਕ ਮੈਂ ਬੇਨਤੀ ਕਰਨੀ ਹੋਰ ਵੀ ਅਮਰਿੰਦਰ ਸਿੰਘ ਦੀ ਮੈਂ ਲਾਉਣਗਾ ਡਿਊਟੀ, ਆਪਣੇ ਨਾਂ ਤੇ ਨੰਬਰ ਜ਼ਰੂਰ ਦੇ ਦਿਓ, ਅਸੀਂ ਇੱਕ ਗਰੁੱਪ ਬਣਾ ਸਕੀਏ, WhatsApp ਗਰੁੱਪ ਬਣਾਈਏ ਓਪਨ। ਉਹਦੇ ਵਿੱਚ ਜਿਹੜਾ ਗਰੁੱਪ ਹੋਊਗਾ ਨਾਲ ਹੀ ਅਸੀਂ ਬੇਨਤੀ ਆ ਵੀ ਕੋਈ ਹੋਰ ਗੱਲ ਨਾ ਪਾਈ ਜਾਵੇ। ਜਿਹੜੀ ਵੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਸਾਨੂੰ ਪਤਾ ਲੱਗੂਗੀ, ਜਿਹੜੀ ਗੱਲ ਜੇ ਹੋਰ ਵੀਰ ਨੂੰ ਪਤਾ ਲੱਗੂਗੀ, ਸਾਡੇ ਤੱਕ ਪਹੁੰਚਦੀ ਕਰ ਸਕਦਾ ਉਹ, ਤੇ ਅਸੀਂ ਉਹਦੇ ਤੱਕ ਪਹੁੰਚਦੀ ਕਰ ਸਕਦੇ ਹਾਂ। ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਇਹ ਜਿਹੜਾ ਕੰਮ ਆਪਾਂ ਕਰ ਰਹੇ ਹਾਂ ਇਹਦਾ ਕੱਲ੍ਹ ਨੂੰ ਕਿਤੇ ਸਮਝੌਤਾ ਵੀ ਹੁੰਦਾ ਆ, ਕੋਈ ਬੰਦੇ ਇਹਦੇ ਤੇ ਕਿੱਥੋਂ ਤੱਕ ਜਾ ਕੇ ਰਾਜੀਨਾਮਾ ਕਰ ਰਿਹਾ, ਉਹ ਵੀ ਸਾਰੀ ਗੱਲ ਜਿਹੜੀ ਆ ਅਸੀਂ ਨਹੀਂ ਚਾਹੁੰਦੇ ਵੀ ਕੱਲ੍ਹ ਨੂੰ ਅਸੀਂ ਜੇ ਇਹਨੂੰ ਲੀਡ ਕਰ ਰਹੇ ਹਾਂ ਤੇ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਉਹਦੇ ਜ਼ਿੰਮੇਵਾਰ ਬਣ ਜਾਈਏ ਤੇ ਬਾਅਦ 'ਚੋਂ ਕੋਈ ਬੰਦਾ ਗਲਤ ਕਿਤੇ ਫੈਸਲਾ ਲੈ ਜੇ ਤੇ ਤੁਸੀਂ ਵੀਰ ਸਾਨੂੰ ਵੀ ਪੁੱਛੋ। ਅਸੀਂ ਚਾਹੁੰਦੇ ਵੀ ਜਿਹੜੀ ਵੀ ਪਾਰਦਰਸ਼ੀ, ਇਹ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ, ਸਾਰਿਆਂ ਦਾ ਸਾਰਾ ਕੁਝ ਇਹਦੇ ਵਿੱਚ, ਕੋਈ ਬੰਦਾ ਮੂਹਰੇ ਨਹੀਂ ਹੋਣਾ ਚਾਹੀਦਾ, ਕੋਈ ਬੰਦਾ ਪਿੱਛੇ ਨਹੀਂ ਹੋਣਾ ਚਾਹੀਦਾ, ਇਹ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ। ਸਾਰਿਆਂ ਦਾ ਇਹ ਕੰਮ ਆ ਸਾਡਾ। ਜਿਹੜੀਆਂ ਗਲਤੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਕੁਝ ਬੰਦਿਆਂ ਨੇ ਕੀਤੀਆਂ ਆ, ਉੱਥੋਂ ਦੇ ਨੁਮਾਇੰਦਿਆਂ ਨੇ ਕੀਤੀਆਂ ਆ, ਉਹ ਗਲਤੀਆਂ ਜਿਹੜੀਆਂ ਆ
ਉਹ ਵੀ ਖਾਲਸਾ ਤਵਾਰੀਖ ਬਣ ਗਈਆਂ। ਜਿਹੜੀਆਂ ਗਲਤੀਆਂ ਇੱਥੇ ਹੋਣੀਆਂ ਆ ਕੈਲੀਫੋਰਨੀਆ ਦੇ ਵਿੱਚ ਹੋਣੀਆਂ, ਇਹ ਵੀ ਖਾਲਸਾ ਤਵਾਰੀਖ ਬਣੂਗੀ। ਇਹ ਵੀ ਗੱਲ ਕਹੀ ਜਾਊਗੀ ਵੀ 2022 ਦੇ ਵਿੱਚ ਆਹ ਗੱਲ ਉੱਭਰੀ ਸੀਗੀ, ਸਾਹਮਣੇ ਆਈ ਸੀਗੀ, ਇੱਕ ਥਮਿੰਦਰ ਨਾਂ ਦੇ ਬੰਦੇ ਨੇ ਆਹ ਕੁਛ ਕੀਤਾ ਸੀਗਾ, ਉਹਦੇ ਵਿੱਚ ਅਸੀਂ ਕਿਹੋ ਜਿਹਾ ਰੋਲ ਅਦਾ ਕਰਦੇ ਆ। ਇਹ ਅੱਜ ਤੋਂ 50 ਸਾਲ ਬਾਅਦ 100 ਸਾਲ ਬਾਅਦ ਸਿੱਖ ਪੜ੍ਹਿਆ ਕਰਨਗੇ ਤੇ ਦੱਸਿਆ ਕਰਨਗੇ ਇੱਕ ਦੂਜੇ ਨੂੰ ਵੀ ਉਦੋਂ ਇਹੋ ਜਿਹੇ ਬੰਦੇ ਨੂੰ ਨੱਥ ਪਾਈ ਸੀਗੀ। ਇਸ ਕਰਕੇ ਅਸੀਂ ਕਿਹੜਾ ਰੋਲ ਨਿਭਾ ਸਕਦੇ ਹਾਂ ਇਹਦੇ ਵਿੱਚ। ਇਹ ਸਾਡਾ ਜਿਹੜਾ ਰੋਲ ਆ, ਇਹ ਸਾਡੇ ਆਉਣ ਵਾਲੇ ਜਨਰੇਸ਼ਨ ਨੇ ਸਾਡੀ ਨੇ ਦੇਖਣਾ ਆ। ਅਸੀਂ ਆਪਣੇ ਮਨੋਂ ਤਨੋਂ ਪੂਰਾ ਡਟ ਕੇ ਕੰਮ ਕਰੀਏ ਇਹਦੇ ਤੇ। ਪੈਸਾ ਆਪਾਂ ਇੱਥੇ ਵਾਧੂ ਕਮਾ ਲਿਆ, ਪੈਸਾ ਕਿਤੇ ਕੀ ਕਰ ਲੈਣਾ ਸੀਗਾ ਆਪਾਂ, ਇੱਥੋਂ ਜਿੱਥੋਂ ਆਪਾਂ ਆਏ ਉੱਥੇ ਤਾਂ ਹੈ ਵੀ ਕੱਖ ਨਹੀਂ ਸੀ, ਤੇ ਇੱਥੇ ਤਾਂ ਪੈਸਾ ਵੀ ਬਹੁਤ ਆ ਤੇ ਕੋਈ ਚੱਕਰ ਨਹੀਂ ਹੈਗਾ। ਜਿਹੜੀ ਵੀ ਚੀਜ਼ ਆਪਾਂ ਨੂੰ ਸੰਘਰਸ਼ ਵਾਸਤੇ ਵਿੱਢਣੀ ਪੈ ਸਕਦੀ ਆ, ਹੋ ਸਕਦਾ ਸਾਨੂੰ ਇੱਥੇ ਪੱਕਾ ਹੀ ਡੇਰਾ ਲਾਉਣਾ ਪੈ ਜਾਵੇ, ਤੇ ਉਹ ਵੀ ਜੇ ਸਾਨੂੰ ਡੇਰਾ ਲਾਉਣਾ ਪੈ ਗਿਆ, ਮਹਾਰਾਜ ਨੇ ਕਿਰਪਾ ਕੀਤੀ, ਸਾਡੇ ਕੋਲੋਂ ਕੋਈ ਇਦਾਂ ਦੀ ਵੀ ਸੇਵਾ ਲੈਣੀ ਚਾਹੀ ਮਹਾਰਾਜ ਨੇ, ਤੇ ਅਸੀਂ ਉਹ ਜਿੱਥੋਂ ਤੱਕ ਅਸੀਂ ਸਾਡਾ ਸਰੀਰ ਸਾਡਾ ਸਾਥ ਦੇਊਗਾ ਅਸੀਂ ਨਿਭਾਵਾਂਗੇ। ਬਾਕੀ ਮਹਾਰਾਜ ਜਾਣਨ, ਮਹਾਰਾਜ ਦੀ ਮੌਤ ਜਾਣੇ। ਪਰ ਜੇ ਇਸ ਚੀਜ਼ ਤੇ ਥਮਿੰਦਰ ਆਨੰਦ ਨੇ ਜਾਂ ਇਹਨਾਂ ਦੋਸ਼ੀਆਂ ਨੇ ਸਾਨੂੰ ਕੋਈ ਕਿਸੇ ਤਰੀਕੇ ਦਾ ਨਾਂ ਨਾ ਦਿੱਤਾ, ਤੇ ਅਸੀਂ ਇਹ ਗੱਲ ਸੋਚਦੇ ਹਾਂ ਵੀ ਅਸੀਂ ਇਹਦੇ ਘਰ ਦੇ ਮੂਹਰੇ ਪੱਕਾ ਧਰਨਾ ਲਾ ਦੇਣਾ। ਅੱਗੇ ਮਹਾਰਾਜ ਦੀ ਮਰਜ਼ੀ ਆ, ਸਾਡੇ ਕੋਲੋਂ 2 ਦਿਨ ਕਢਾ ਲੈਣ, ਸਾਡੇ ਕੋਲੋਂ 5। ਅਸੀਂ ਨਹੀਂ ਕਹਿੰਦੇ ਵੀ ਅਸੀਂ ਬੜੇ ਮਹਾਰਥੀ ਆ ਤੇ ਬੜਾ ਨੇੜ ਠਾਲ ਦਿਆਂਗੇ। ਜਿਹੋ ਜਿਹਾ ਸਹਿਯੋਗ ਸਾਨੂੰ ਸੰਗਤ ਦਊਗੀ ਉਹੋ ਜਿਹਾ ਅਸੀਂ ਬੈਠੇ ਰਵਾਂਗੇ। ਇਹ ਸਿਰਫ ਅਰਦਾਸ ਬੇਨਤੀ ਆ ਸਾਡੇ ਮਨ ਦੀ। ਬਾਕੀ ਤੁਹਾਡੇ ਸੁਝਾਅ ਜਿਹੜੇ ਵੀ ਹੈਗੇ ਆ ਉਹ ਆਪਾਂ ਅੱਖੋਂ ਪਰੋਖੇ ਨਹੀਂ ਕਰਾਂਗੇ, ਸਾਰੇ ਬਹਿ ਕੇ ਆਪਾਂ ਇਹਦੇ ਤੇ ਕਰਾਂਗੇ। ਪਰ ਮੇਰਾ ਮਨ ਇਹ ਹੈਗਾ ਆ, ਸਾਡਾ ਸਾਰਿਆਂ ਦਾ ਮਨ ਇਹ ਸੀਗਾ ਵੀ ਇਹਦੇ ਤੇ ਕੋਈ ਸਖਤ ਅਸੀਂ ਸੰਘਰਸ਼ ਵਿੱਢਣਾ ਚਾਹੁੰਦੇ ਆ। ਇਹ ਕੰਮ ਇਦਾਂ ਨਹੀਂ ਅਸੀਂ ਢਿੱਲਾ ਛੱਡਣਾ। ਇਹ ਕੰਮ ਨਹੀਂ ਹੋਣਾ ਵੀ ਮਤਲਬ ਅਸੀਂ ਆਏ ਆ 2 ਵੀਕਾਂ ਆ ਗਏ ਆ ਤੇ ਥਮਿੰਦਰ ਆਨੰਦ ਵੀ ਸੋਚਦਾ ਹੋਊਗਾ ਵੀ ਬਹੁਤੀ ਗੱਲ ਇੱਕ ਅੱਧੀ ਵਾਰੀ ਹੋਰ ਆ ਜਾਣਗੇ। ਇਹ ਭੁਲੇਖਾ ਭਾਈ ਮਨੋਂ ਕੱਢ ਦੇ। ਸਾਨੂੰ ਚੈਨ ਨਹੀਂ ਆਉਣਾ ਉਹਨਾਂ ਚਿਰ ਤੱਕ, ਸਾਨੂੰ ਉਹਨਾਂ ਚਿਰ ਤੱਕ ਨੀਂਦ ਨਹੀਂ ਚੱਜ ਨਾਲ ਆਉਣੀ ਜਿੰਨਾ ਚਿਰ ਤੱਕ ਤੂੰ ਇਹਦਾ ਹਿਸਾਬ ਕਿਤਾਬ ਨਹੀਂ ਦਿੰਦਾ। ਇਸ ਕਰਕੇ ਤੂੰ ਹੀ ਚੱਜ ਨਾਲ ਨੀਂਦ ਸੌਂ ਤਾਂ ਹੀ ਸਕੇਗਾ ਜੇ ਤੂੰ ਹਿਸਾਬ ਦੇ ਦੇਂਗਾ। ਸੌਣ ਤੈਨੂੰ ਵੀ ਨਹੀਂ ਦੇਣਾ। ਕੀ ਹਾਲਤ ਹੁੰਦੀ ਇਹੋ ਜਿਹੇ ਬੰਦੇ ਦੀ ਜਿਹੜਾ ਘਰ ਛੱਡ ਕੇ ਭੱਜ ਗਿਆ ਹੋਵੇ, ਜਿਹੜਾ ਟੱਬਰ ਲੈ ਕੇ ਗਾਏ ਬਗਾਏ ਤੁਰਿਆ ਫਿਰਦਾ ਹੋਵੇ, ਰਿਸ਼ਤੇਦਾਰਾਂ ਦੇ ਧੱਕੇ ਖਾਂਦਾ ਫਿਰਦਾ ਹੋਵੇ। ਤੁਹਾਨੂੰ ਲੱਗਦਾ ਕੋਈ ਜ਼ਿੰਦਗੀ ਹੋਊਗੀ ਉਹ ਬੰਦੇ ਦੀ? ਕਿਸੇ ਰਿਸ਼ਤੇਦਾਰ ਦੇ ਘਰੇ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਜਾ ਕੇ ਰਹਿਣਾ ਹੋਵੇ ਤੇ 1 ਦਿਨ ਤੋਂ ਵੱਧ ਸ਼ਰਮ ਆਉਣ ਲੱਗ ਪੈਂਦੀ ਹੈ, ਸ਼ਰਮ। ਤੇ ਉਹ ਵੀ ਇਹੋ ਜਿਹਾ ਕੋੜੀ ਕਾਲਾ ਮੂੰਹ ਲੈ ਕੇ ਤੁਰਿਆ ਫਿਰ। ਜ਼ਰੂਰੀ ਨਹੀਂ ਕਿ ਇਹਦਾ ਕਾਲਖ ਮਲ ਕੇ ਹੀ ਮੂੰਹ ਕਾਲਾ ਕਰਨਾ ਹੁੰਦਾ। ਉਹਦੇ ਧੱਬੇ ਲੱਗੇ ਉਹਨੂੰ ਦਿਖਦੇ ਹੁੰਦੇ ਲੋਕਾਂ ਨੂੰ, ਆ ਜਿਹੜੇ ਲੋਕੀ ਵੇਂਦੇ ਹੋਣਗੇ ਵੀ ਤੂੰ ਕਿਹੜੇ ਕਾਰਨ ਕਰਕੇ ਆਪਣਾ ਟੱਬਰ ਲੈ ਕੇ ਤੁਰਿਆ ਫਿਰਦਾ। ਕਈ ਤਾਂ ਹਿਰਖ ਕਰਕੇ ਫੋਨ ਕਰ ਦਿੰਦੇ, ਅੰਦਰੋਂ ਸਵਾਦ ਹੀ ਲੈਂਦੇ ਹੁੰਦੇ। ਥਮਿੰਦਰ ਨੇ ਦੱਸਿਆ, ਇਹ ਵੀ ਯਾਦ ਰੱਖੀ। ਕਈ ਤਾਂ ਐਂ ਕਹਿੰਦੇ ਨੇ ਤੇਰੇ ਨਾਲ ਮਾੜਾ ਹੋ ਰਿਹਾ, ਪਰ ਅੰਦਰੋਂ ਸਵਾਦ ਹੀ ਲੈਂਦੇ ਵੀ ਤੇਰੇ ਨਾਲ ਐਂ ਹੀ ਹੋਣਾ ਚਾਹੀਦਾ ਸੀਗਾ। ਤੇ ਇਹ ਹਾਲਤ ਹੁਣ ਇਹ ਘਰ 'ਚ ਭੂਤ ਨੱਚਣ ਡਏ ਆ। ਮਕਾਨ ਇਹਦੀ ਦੇਣ ਆਇਆ ਤੇ ਇਹ ਘਰ ਜਿਹੜਾ ਆ ਇਹ ਮੜੀਆਂ ਬਣ ਗਿਆ ਆ। ਤੇ ਇਹੋ ਜਿਹਾ ਮਤਲਬ ਤੁਸੀਂ ਸੋਚੋ ਵੀ ਕੀ ਜੀਵਨ ਹੋਊਗਾ ਇਹੋ ਜਿਹੇ ਬੰਦੇ ਗੰਦੇ ਦਾ, ਜਿਹਦਾ ਘਰ ਵੀ ਮੜੀਆਂ ਵਰਗਾ ਬਣ ਗਿਆ ਹੋਵੇ, ਜਿਹਦੀ ਮਕਾਨ ਦੇਣ ਕੌਮ ਤੁਰ ਪਵੇ। ਤੇ ਕਿੱਡਾ ਗਰਕਿਆ ਬੰਦਾ ਹੋਊਗਾ ਉਹ। ਇਹੋ ਜਿਹੇ ਗਰਕੇ ਬੰਦੇ ਤੋਂ ਤਾਂ ਅਸੀਂ ਤਾਂ ਕੁਛ ਨਹੀਂ ਲੈਣਾ, ਪਰ ਇਹ ਗਰਕੇ ਬੰਦੇ ਨੂੰ ਅਸੀਂ ਕਹਿੰਦੇ ਵੀ ਤੇਰੀ ਜ਼ਿੰਦਗੀ ਅਸੀਂ ਹੋਰ ਆਰਾਮ ਕਰ ਛੱਡਣੀ ਆ। ਨਾ ਅਸੀਂ ਚੈਨ ਨਾਲ ਬਹਿਣਾ, ਨਾ ਤੈਨੂੰ ਬਹਿਣ ਦੇਣਾ। ਸਾਡਾ ਵੀ ਇੱਥੋਂ ਤੱਕ ਹੀ ਮਕਸਦ ਆ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਥ ਨੂੰ ਸੌਂਪ ਤੇ ਆਪਣਾ ਜਾਂ ਦਫਾ ਹੋ, ਜਿਹੜੇ ਢੱਠੇ ਖੂਚ ਪੈਣਾ ਪਿਆ। ਅਸੀਂ ਦੁਬਾਰਾ ਇਹੀ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਬੇਨਤੀ ਆ, ਜਿਹੜੇ ਵੀ ਮਗਰ ਪ੍ਰਸ਼ਾਦਾ ਪਾਣੀ ਛਕਦੇ ਆ ਤੇ 2 ਮਿੰਟ ਦੇ ਵਿੱਚ ਹੀ ਆਪ ਜੀ ਨਿਬੇੜ ਕੇ ਆਓ ਤੇ ਆਪਾਂ ਕੁਝ ਅਹਿਮ ਫੈਸਲੇ ਕਰੀਏ, ਅਗਲੀ ਰਣਨੀਤੀ ਕਾਰਵਾਈ ਆਪਾਂ ਵਿਚਾਰ ਕਰੀਏ। ਤੇ 2 ਮਿੰਟ ਵਾਸਤੇ ਹੁਣ ਭਾਈ ਮੇਹਰ ਸਿੰਘ ਜੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਤੇ ਮੈਂ ਮਾਫੀ ਚਾਹੁੰਦਾ, ਅਸੀਂ ਕਈ ਵਾਰ ਪੁੱਛਿਆ ਜੇ ਕੋਈ ਵੀਰ ਰਹਿ ਵੀ ਗਿਆ ਹੋਵੇ ਤਾਂ ਹੁਣ ਆਪਾਂ ਕੋਲੇ ਸਮਾਂ ਕਾਫੀ ਆ, ਕਿਉਂਕਿ ਵੀਰਾਂ ਨੇ ਫੋਨ ਕਰਕੇ ਉਹ ਮਲਕ ਵੀਰ ਤੋਂ ਟਾਈਮ ਲਿਆ। ਕੁਝ ਵੀਰਾਂ ਨੇ ਫਿਰ ਆਪਾਂ ਉੱਥੇ ਵੀ ਪਹੁੰਚਣਾ ਟਾਈਮ ਸਿਰ। ਉਹ ਕਹਿੰਦੇ ਵੀ ਬੜਾ ਸਹਿਯੋਗ, ਕਹਿੰਦੇ ਵੀ ਠੀਕ ਆਓ ਮੇਰੇ ਨਾਲ ਬੈਠ ਕੇ ਵਿਚਾਰ ਕਰੋ, ਜੋ ਕੁਝ ਗੱਲਬਾਤ ਆਪਾਂ ਦੇਖਦੇ ਆ ਉੱਥੇ ਕੀ ਬਣਦੀ ਆ। ਸੋ ਹੁਣ ਬੇਨਤੀ ਆ ਵੀ ਸਾਰੇ ਵੀਰਾਂ ਨੂੰ ਵੀ ਥੋੜਾ ਨੇੜੇ ਆ ਜਾਓ ਤੇ ਆਪਾਂ ਅਗਲੀ ਵਿਚਾਰ ਕਰੀਏ। 2 ਮਿੰਟ ਵਾਸਤੇ ਭਾਈ ਮੇਹਰ ਸਿੰਘ ਜੀ, ਜ਼ਿਆਦਾ ਸਮਾਂ ਨਾ ਲਿਓ। ਹੁਣ ਆਪਾਂ ਫਤਿਹ ਦੀ ਸਾਂਝ ਫਿਰ ਪਾਵਾਂਗੇ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਆਨੰਦ ਨੇ ਸਰੂਪਾਂ ਦੀ ਬੇਅਦਬੀ ਕੀਤੀ ਆ।
ਆਪਾਂ ਇੱਥੇ ਇਸੇ ਕਰਕੇ ਇਕੱਠੇ ਹੋਏ ਹਾਂ ਤਾਂ ਕਿ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਉਹਨੂੰ ਸਜ਼ਾ ਲੱਗੀ ਹੈ ਉੱਥੇ ਜਾ ਕੇ ਪੇਸ਼ ਹੋਵੇ, ਜਥੇਦਾਰ ਸਾਹਿਬ ਜੀ ਤੋਂ ਸੇਵਾ ਲਵਾਵੇ। ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਆਪਣੇ ਪਿੰਡ ਦੀ, ਕਿਉਂਕਿ ਆਪਣੇ ਵਿੱਚੋਂ ਹੀ ਹੁੰਦੇ ਆ ਸਾਰੇ ਜਿਹੜੇ ਬੇਅਦਬੀ ਕਰਨ ਵਾਲੇ ਹੁੰਦੇ ਆ, ਭਾਵੇਂ ਉਹ ਇਤਿਹਾਸ ਦੀ ਹੋਵੇ, ਭਾਵੇਂ ਗੁਰੂ ਘਰ ਦੀ ਮਰਿਆਦਾ ਦੀ ਹੋਵੇ, ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ। ਮੇਰਾ ਪਿੰਡ ਸ੍ਰੀ ਪੰਜੋਖਰਾ ਸਾਹਿਬ ਹੈ ਜੀ। ਸਾਡੇ ਪਿੰਡ ਨਾਲ ਜੀ ਗੁਰੂ ਘਰ ਦੀ ਨਵੀਂ ਉਸਾਰੀ ਸ਼ੁਰੂ ਹੋਈ। ਜਦੋਂ ਨਵੀਂ ਉਸਾਰੀ ਸ਼ੁਰੂ ਹੋਈ ਤੇ ਉੱਥੇ ਨਿਸ਼ਾਨ ਸਾਹਿਬ ਬਿਲਡਿੰਗ ਦੇ ਅੰਦਰ ਆ ਗਿਆ ਜੀ, ਕਾਰ ਸੇਵਾ ਵਾਲੇ ਅੰਦਰ ਲੈ ਲਿਆ। ਤੇ ਉਹ ਸੰਡੇ ਵਾਲੇ ਦਿਨ ਰਾਤ ਨੂੰ 10 ਵਜੇ ਸਾਰੀ ਸੰਗਤ ਚਲੀ ਗਈ, ਉਹਨਾਂ ਨੇ ਖੈਂਚਾਂ ਉਹਦੀਆਂ ਖੋਲ੍ਹਤੀਆਂ ਤੇ ਡਿੱਗ ਪਿਆ। ਉਹ ਕਹਿੰਦੇ ਜੀ ਵੀ ਇਹ ਬਿਲਡਿੰਗ ਦੇ ਅੰਦਰ ਆ ਗਿਆ, ਅਸੀਂ ਹੁਣ ਇਹਨੂੰ ਬਾਹਰ ਲਾਉਣਾ। ਉਹ ਆਮ ਨਹੀਂ ਹੈਗਾ, ਨਿਸ਼ਾਨ ਸਾਹਿਬ ਲਾਇਆ ਵੀ ਤੁਹਾਡਾ ਲਾਇਆ ਮੇਰਾ ਲਾਇਆ। ਉਹ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪਣੀ ਅੱਥੀ ਲਾਇਆ ਹੋਇਆ ਨਿਸ਼ਾਨ ਸਾਹਿਬ ਹੈ ਜੀ। ਤੇ ਉਹ ਪਿੰਡ ਵਾਲੇ ਸਾਰੇ ਡਟ ਗਏ ਜੀ, ਕਹਿੰਦੇ ਨਿਸ਼ਾਨ ਸਾਹਿਬ ਤੇ ਇੱਥੇ ਲੱਗੋ, ਇੱਥੇ 8ਵੇਂ ਪਾਤਸ਼ਾਹ ਲਾ ਕੇ ਗਏ ਆ। ਤੇ ਚਲੋ ਜੀ ਸਾਡੀ 6 ਮਹੀਨੇ ਜਦੋਂ ਜਹਿਦ ਹੋਈ। ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਕਿਉਂਕਿ ਜੇ ਮੈਂ ਨਾਂ ਲੈਣ ਲੱਗਾ ਤਾਂ ਬਹੁਤ ਭੇਦ ਖੁੱਲ੍ਹ ਜਾਣੇ ਆ। ਕਿਉਂਕਿ ਜਦੋਂ ਸਾਡੇ ਵਿੱਚੋਂ ਹੀ ਹੁੰਦੇ ਸਾਰੇ ਜਿਹੜੇ ਗਲਤੀਆਂ ਕਰਾਉਂਦੇ ਆ, ਗਲਤੀਆਂ ਕਰਦੇ ਆ, ਤੇ ਗੱਲ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੱਕ ਗਈ ਹੈ। ਉੱਥੇ ਜਾ ਕੇ ਇਹ ਮਸਲਾ ਹੱਲ ਹੋਇਆ ਸੀ। ਉਸ ਵੇਲੇ ਪ੍ਰਧਾਨ ਮੈਂ ਕਹਿ ਦੇਵਾਂ ਅਵਤਾਰ ਸਿੰਘ ਜੀ ਮੱਕੜ ਸੀ, ਤੇ ਉਹਨਾਂ ਨੇ ਸਾਈਨ ਕਰਕੇ ਦਿੱਤੇ ਹੋਏ ਸਾਨੂੰ, ਸਾਡੇ ਕੋਲ ਲੈਟਰ ਹੈ ਵੀ ਜੋ ਪੁਰਾਤਨ ਮਰਿਆਦਾ ਜਿਹੜੇ ਗੁਰੂ ਘਰ ਦੀ ਜਿਵੇਂ ਚੱਲਦੀ ਆ ਰਹੀ ਹੈ ਉਵੇਂ ਚੱਲਣੀ ਚਾਹੀਦੀ। ਤੇ ਉਹ ਅੱਜ ਵੀ ਸ੍ਰੀ ਨਿਸ਼ਾਨ ਸਾਹਿਬ ਬਿਲਡਿੰਗ ਦੇ ਵਿੱਚੋਂ ਦੀ ਕੱਢਿਆ ਹੋਇਆ ਤੇ ਉੱਥੇ ਹੀ ਲੱਗਿਆ। ਸਿਰਫ ਤਾਂ ਕਰਕੇ ਲੱਗਿਆ ਕਿਉਂਕਿ ਪੂਰੇ ਇਲਾਕੇ ਦੀ ਸੰਗਤ ਇਕੱਠੀ ਹੋ ਗਈ। ਤੇ ਆਹ ਤੇ ਸਾਡੇ ਗੁਰੂ, ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ। ਆਪਾਂ ਕਿਉਂ ਇੱਕ ਦੂਜੇ ਮੁੱਖ ਵੱਲ ਵੇਖੀ ਜਾਂਦੇ ਆ, ਆਪਾਂ ਇਕੱਠੇ ਨਹੀਂ ਹੁੰਦੇ, ਆਪਾਂ ਆਉਂਦੇ ਹੀ ਨਹੀਂ ਹੈਗੇ, ਘਰੋਂ ਨਿਕਲਦੇ। ਸਾਡਾ ਪਿਓ ਕੋਈ ਬਿਮਾਰ ਹੋ ਜਾਵੇ ਨਾ, ਅਸੀਂ ਸਾਰਾ ਟੱਬਰ ਭੱਜਿਆ ਫਿਰਦਾ ਵਾ, ਸਾਰੇ ਖੜੇ ਹੁੰਦੇ ਆ ਹਸਪਤਾਲ ਅੱਗੇ, ਸਾਰੇ ਭੱਜੇ ਫਿਰਦੇ ਆ, ਰਿਸ਼ਤੇਦਾਰਾਂ ਨੂੰ ਕਾਲਾਂ ਕਰਦੇ ਆ, ਹਾਂ ਜੀ ਪਿਤਾ ਜੀ ਬਿਮਾਰ ਆ, ਤੁਸੀਂ ਖਬਰ ਨਹੀਂ ਲੈਣ ਆਏ। ਤੇ ਆਪਾਂ ਤਾਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਗੁਰੂ ਦੀ ਸਾਡੇ ਇਸ਼ਟ ਦੀ ਗੱਲ ਹੈ। ਸੰਤ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਜੇ ਗੁਰੂ ਦੀ ਇਸ਼ਟ ਦੀ ਗੱਲ ਕਰੇ ਤੇ ਗਰਦਨ ਵੱਢ ਕੇ ਮੇਰੇ ਕੋਲ ਆ ਜਾਓ, ਮੈਂ ਸਾਂਭਾਂਗਾ। ਤੇ ਇੱਥੇ ਕਈ ਕਹਿੰਦੇ ਨੇ ਵੀ ਨੌਜਵਾਨ ਸਿੰਘ ਗਰਮ ਬੋਲਦੇ ਆ, ਹੁਣ ਗਰਮ ਬੋਲੀਏ ਨਾ, ਕਦੋਂ ਬੋਲਾਂਗੇ? ਤੇ ਸਾਡੇ ਗੁਰੂ ਸਾਹਿਬ ਦੀ ਇੰਨੀ ਬੇਅਦਬੀ ਹੋ ਰਹੀ ਹੈ, ਕਦੋਂ ਬੋਲਣਾ ਅਸੀਂ? ਹੁਣ ਨਹੀਂ ਬੋਲੇ ਤੇ ਕਦੋਂ ਬੋਲਾਂਗੇ? ਮੈਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਉੱਥੋਂ ਕੋਈ ਕਰੜਾ ਜਾਂ ਹੁਕਮਨਾਮਾ ਜਾਰੀ ਕਰੋ ਸੰਗਤਾਂ ਵਾਸਤੇ, ਤਾਂ ਕਿ ਸੰਗਤਾਂ ਸੁਚੇਤ ਹੋਣ, ਤਾਂ ਕਿ ਅੱਗੇ ਵਾਸਤੇ ਕੋਈ ਇਹੋ ਜਿਹੀ ਬੇਅਦਬੀ ਨਾ ਕਰੇ। ਤੇ ਇੱਥੇ ਜਿੰਨੇ ਵੀ ਸਿੰਘ ਆਏ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਘੱਟੋ ਘੱਟ ਸਾਰੇ ਸਿੰਘ ਗੁਰਬਾਣੀ ਦੀ ਸੰਥਿਆ ਕਰੋ। ਜਦੋਂ ਆਪਾਂ ਨੂੰ ਗੁਰਬਾਣੀ ਦਾ ਪਤਾ ਹੋਊਗਾ ਵੀ ਕਿਹੜੀ ਗੁਰਬਾਣੀ, ਕਿਹੜੀ ਪੰਕਤੀ ਕਿੱਥੇ ਆ, ਕਿਹੜੀ ਲਾਂਦਲਾਂ ਕਿੱਥੇ ਆ, ਕਿਹੜਾ ਔਂਕੜ ਦਲੈਂਕੜ ਹੋੜਾ ਘਨੋੜਾ ਕਿੱਥੇ ਲੱਗਿਆ, ਤੇ ਆਪਾਂ ਉੱਥੇ ਸੁਧਾਈ ਵੀ ਕਰ ਸਕਦੇ ਹਾਂ। ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਤਕਰਾ ਕੀ ਹੈ, ਤੇ ਅਸੀਂ ਕਰਾਂਗੇ ਕੀ? ਅਸੀਂ ਆਪ ਨਹੀਂ ਸੰਥਿਆ ਕਰਦੇ, ਆਪਣੇ ਭਜੰਗੀਆਂ ਨੂੰ ਕੀ ਕਰਾਵਾਂਗੇ? ਆਪਾਂ ਤੇ ਪੰਜਾਂ ਬਾਣੀਆਂ ਨਿਤਨੇਮ ਨਹੀਂ ਜਾਣਦੇ ਹੈਗੇ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਤੇ ਇੱਥੇ ਦੀ ਸੰਗਤ ਜਿਹੜੀ ਜਿੰਨੀ ਵੀ ਹੈਗੀ ਹੈ, ਖਾਸ ਕਰ ਅਮਰੀਕਾ ਦੀ, ਜਿਨ੍ਹਾਂ ਨੂੰ ਵੀ ਸਿੰਘਾਂ ਨੂੰ ਸੰਗਤਾਂ ਨੂੰ ਪਤਾ ਵੀ ਧਰਮਿੰਦਰ ਕਿੱਥੇ ਆ, ਮੈਂ ਸਾਰੀ ਸੰਗਤ ਨੂੰ, ਅਮਰੀਕਾ ਦੀ ਪੂਰੀ ਸੰਗਤ ਨੂੰ ਬੇਨਤੀ ਕਰਦਾ, ਜਿੱਥੇ ਵੀ ਹੈਗਾ ਉੱਥੇ ਜਾ ਕੇ ਧਰਨਾ ਲਾ ਦਿਓ, ਉਹਨੂੰ ਬਹਿਣ ਨਾ ਦਿਓ ਕਿਤੇ ਵੀ, ਤਾਂ ਕਿ ਉਹ ਹਾਰ ਕੇ ਸੰਗਤ ਦੇ ਸਾਹਮਣੇ ਪੇਸ਼ ਹੋਵੇ, ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋਵੇ। ਤੇ ਮੈਂ ਦੁਬਾਰੇ ਫਿਰ ਬੇਨਤੀ ਕਰਾਂਗਾ ਕਿ ਆਪ ਆਪਣੇ ਗੁਰੂ ਘਰ ਦੇ ਗ੍ਰੰਥੀ ਨੂੰ, ਜਿਹਨੇ ਸੰਥਿਆ ਕੀਤੀ ਹੋਵੇ, ਜਿਹਨੂੰ ਪਤਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀ ਮਰਿਆਦਾ ਵਾ, ਉਹਨੂੰ ਜ਼ਰੂਰ ਗੁਰੂ ਘਰ ਦਾ ਗ੍ਰੰਥੀ ਲਾਓ। ਐਵੇਂ ਚੱਕ ਕੇ ਨਾ ਕਿਸੇ ਨੂੰ, ਕਦੇ ਇਹਨੇ ਸਿਫਾਰਿਸ਼ ਕਰਦੀ, ਕਦੇ ਉਹਨੇ ਸਿਫਾਰਿਸ਼ ਕਰਦੀ, ਇਹਨੂੰ ਲਾ ਲਓ ਜੀ, ਉਹਨੂੰ ਲਾ ਲਓ ਜੀ। ਕਿਉਂ? ਉਹਨੂੰ ਮਰਿਆਦਾ ਪਤਾ ਗੁਰੂ ਘਰ ਦੀ, ਪਹਿਲੇ ਸਾਨੂੰ ਇਹ ਪਤਾ ਹੋਣਾ ਚਾਹੀਦਾ। ਉਹਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦਾ ਪਤਾ ਹੋਣਾ ਚਾਹੀਦਾ। ਆਪ ਜੀ ਜ਼ਰੂਰ ਇਸ ਗੱਲ 'ਤੇ ਗੌਰ ਕਰਿਓ। ਜਿਹੜੇ ਵੀ ਇੱਥੇ ਗੁਰੂ ਘਰ ਦੇ ਕਮੇਟੀਆਂ ਵੱਲੋਂ ਆਏ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਘਰ ਦੇ ਗ੍ਰੰਥੀ ਨੂੰ ਪੂਰੀ ਮਰਿਆਦਾ ਪਤੀ ਹੋਣੀ ਚਾਹੀਦੀ ਹੈ। ਮੈਂ ਇੰਨੀ ਕੁ ਬੇਨਤੀ ਕਰਦਾ ਹੋਇਆ ਆਪ ਜੀ ਤੋਂ ਖਿਮਾ ਚਾਹੁੰਦਾ, ਗਲਤੀਆਂ ਹੋ ਗਈਆਂ ਹੋਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵੀਰਾਂ ਨੇ ਵੱਖ-ਵੱਖ ਮੁੱਦੇ ਆ ਜਿਹੜੇ ਸਾਡੇ ਵੱਖ-ਵੱਖ, ਸਾਡੇ ਚਾਹੇ ਅਮਰੀਕਾ, ਚਾਹੇ ਅਲੱਗ-ਅਲੱਗ ਕੰਟਰੀਆਂ ਦੀਆਂ ਸਮੱਸਿਆਵਾਂ ਨੇ, ਸਮਾਜਿਕ, ਪੰਥਿਕ ਤੇ ਧਾਰਮਿਕ, ਉਹਨਾਂ ਨੂੰ ਲੈ ਕੇ ਆਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਉਹਨਾਂ ਨੂੰ न्याय दिवाउण।
ਉਹ ਵਿਸ਼ੇ ਸਾਡੇ ਹੈਗੇ ਨੇ। ਸਾਨੂੰ ਜ਼ਰੂਰ ਇਸ ਵਿਸ਼ਿਆਂ ਤੇ ਵੀ ਅਲੱਗ-ਅਲੱਗ ਸੈਮੀਨਾਰ ਜਾਂ ਸਾਡੀਆਂ ਪੰਥਕ ਧਿਰਾਂ ਨੂੰ ਇਕੱਠੀਆਂ ਹੋ ਕੇ ਵਿਚਾਰਨ ਦੀ ਲੋੜ ਆ। ਸੋ ਜਿਵੇਂ ਆਪਾਂ ਪਹਿਲਾਂ ਬੇਨਤੀ ਕਰੀ ਸੀ ਵੀ ਜਿਹੜਾ ਅੱਜ ਦਾ ਮੁੱਦਾ ਕੱਲਾ ਥਮਿੰਦਰ ਆਨੰਦ ਜਿਹਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਇਹਨੂੰ ਉੱਥੇ ਤਨਖਾਹੀਆ ਕਰਾਰ ਦੇ ਦਿੱਤਾ ਗਿਆ। ਆਪਣਾ ਅੱਜ ਇੱਥੇ ਆਉਣ ਦਾ ਮੇਨ ਮਕਸਦ ਇਹ ਸੀ ਇਹਨੂੰ ਸਮਝਾਉਣਾ ਵੀ ਬੰਦੇ ਦਾ ਪੁੱਤ ਬਣ ਕੇ ਉੱਥੇ ਪੇਸ਼ ਹੋ ਜਾ ਤੇ ਅਗਲੀ ਕਾਰਵਾਈ ਸਾਡੇ 5 ਸਿੰਘ ਸਾਹਿਬਾਨ, ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ, ਉਹਨਾਂ ਦਾ ਜਿਵੇਂ ਵੀ ਹੁਕਮ ਹੋਊਗਾ ਉਹ ਆਪਾਂ ਨੂੰ ਕੌਮ ਨੂੰ ਪ੍ਰਵਾਨ ਆ। ਪਰ ਜਿਹੜੀ ਇੱਥੇ ਸਰੂਪਾਂ ਦੀ ਮਰਿਆਦਾ ਅਸੀਂ ਉਹ ਤੇ ਕੋਈ ਢਲਿਆਈ ਨਹੀਂ ਵਰਤਣੀ। ਉਹ ਸਰੂਪ ਚਾਹੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸੰਪੂਰਨ ਸਰੂਪ ਆ, ਅਸੀਂ ਜੋ ਸਤਿਗੁਰਾਂ ਦੀ ਲਿਖਤ ਆ ਉਹਨੂੰ ਮੰਨਦੇ। ਇਹ ਬੰਦੇ ਨੇ ਉਹ 'ਚ ਹੁਣ ਪਹਿਲੀ ਗੱਲ ਤਾਂ ਇਹ ਦੇਖੋ, ਕਹਿੰਦੇ ਜੀ ਇਹਨੇ ਸੋਧਾਂ ਕਰਤੀਆਂ। ਇਹ ਕੌਣ ਹੁੰਦਾ ਮਹਾਰਾਜ ਸੋਧਾਂ ਕਰਨ ਵਾਲਾ? ਇਹਨੇ ਤਾਂ ਗਲਤੀਆਂ ਪਾਤੀਆਂ। ਸੋ ਇਸ ਕਰਕੇ ਅਸੀਂ ਉਹਨਾਂ ਮਹਾਰਾਜ ਦੇ ਸਰੂਪਾਂ ਨੂੰ ਫਿਰ ਵੀ, ਕਿਉਂਕਿ ਬਾਣੀ ਦੀ ਬਹੁਤ ਬੇਅੰਤ ਬਾਣੀ ਆ, ਉਹਦੇ ਵਿੱਚ ਅਸੀਂ ਉਹਨਾਂ ਨੂੰ ਆਪੋ ਆਪਣੇ ਗੁਰੂ ਘਰਾਂ 'ਚ ਆਪਾਂ ਉਹ ਵੀ ਫੈਸਲੇ ਅੱਜ ਕਰਨੇ ਆ ਵੀ ਉਹ ਸਰੂਪ ਕਿੱਥੇ ਇਕੱਤਰ ਕਰਨੇ ਆ, ਕਿਵੇਂ ਅਗਲੀ ਕਾਰਵਾਈ ਆਪਾਂ ਪਾਉਣੀ ਆ। ਸੋ ਮੈਂ ਬੇਨਤੀ ਕਰੂੰ, ਹੁਣ ਜਿੰਨੇ ਵੀ ਵੀਰ ਆਏ ਨੇ, ਹੋ ਸਕਦਾ ਫਤਿਹ ਸਿੰਘ ਕਹਿੰਦੇ ਵੀ ਮੈਂ ਪਹਿਲਾਂ ਬੇਨਤੀ ਕਰ ਲਈ ਆ, ਕਹਿੰਦੇ ਵੀ ਨਹੀਂ ਵਿਚਾਰ ਰੱਖਣੀ ਨਹੀਂ ਕੋਈ, ਤੇ ਹਾਂਜੀ। ਤੇ ਹੁਣ ਮੇਰੀ ਬੇਨਤੀ ਹੈ ਇੱਕ ਵੀ ਇਹਦੇ ਵਿੱਚ ਲਾਜ਼ਮੀ ਹੋ ਸਕਦਾ, ਮਹਾਂਪੁਰਸ਼ ਕਿਹਾ ਕਰਦੇ ਸੀ ਇੰਨੇ ਇਕੱਠਿਆਂ ਦੇ ਵਿੱਚ ਨਾ ਗੌਰਮੈਂਟ ਆਪਦੇ ਸੂਹੇ ਭੇਜਦੀ ਆ, ਹੋ ਸਕਦਾ 1-2 ਭਾਈ ਉਹਦੇ ਵੀ ਬੰਦੇ ਆਏ ਹੋਣ। ਉਹ ਵੀਰੋ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜੇ ਆਏ ਹੋ ਮੈਸੇਜ ਜ਼ਰੂਰ ਪਹੁੰਚਦਾ ਕਰ ਦਿਓ। ਇੱਧਰੋਂ ਮੈਂ ਹੱਥ ਕਰ ਲਾਂ, ਮੈਨੂੰ ਧੁੱਪ ਪੈਂਦੀ ਆ, ਕਿਉਂਕਿ ਅੱਖ 'ਚ ਅੱਖ ਪਾ ਕੇ ਗੱਲ ਕਰਨ ਦਾ ਨਾ ਸਵਾਦ ਵੱਖਰਾ ਹੁੰਦਾ। ਅੱਖ ਲੁਕੋ ਕੇ ਚੋਰ ਗੱਲ ਕਰਿਆ ਕਰਦੇ, ਆਪਾਂ ਨੂੰ ਕਿਸੇ ਦਾ ਡਰ ਭੌ ਨਹੀਂ। ਕਹਿਣ ਤੋਂ ਭਾਵ ਇਹ ਆ ਵੀ ਬੰਦੇ ਦਾ ਪੁੱਤ ਬਣ ਜਾ ਤੇ ਜਲਦੀ ਤੋਂ ਜਲਦੀ ਅਕਾਲ ਤਖਤ ਤੇ ਪੇਸ਼ ਹੋ ਜਾ, ਨਹੀਂ ਫਿਰ ਜਿਹੜੇ ਫੈਸਲੇ ਤੇਰੇ ਟਾਈਮ ਲੰਘੇ ਤੋਂ ਅਸੀਂ ਕਰਾਂਗੇ। ਮੈਨੂੰ ਬਾਕੀ ਕੰਟਰੀਆਂ ਦਾ ਪਤਾ ਨਹੀਂ ਸਿੰਘੋ, ਜੇ ਲੱਖ ਲਾਹਣ ਤਾਂ ਸਾਡੇ ਸਿੰਘ ਕਹਾਉਣ ਤੇ, ਜੇ ਅਸੀਂ ਸਿੱਖ ਕੌਮ ਹਲੇ ਵੀ ਇਕੱਠੀ ਨਾ ਹੋਈ, ਦ੍ਰਿੜਤਾ ਨਾਲ ਆਪਾਂ ਫੈਸਲੇ ਲਵਾਂਗੇ ਤੇ ਫਿਰ ਅਗਲੀ ਕਾਰਵਾਈ ਕਹਿਣ ਦੀ ਲੋੜ ਨਹੀਂ, ਇਤਿਹਾਸ ਸਾਡਾ ਗਵਾਹ ਆ। ਸੋ ਆਪਾਂ ਬਾਅਦ ਦੀਆਂ ਗੱਲਾਂ ਹਲੇ ਨਾ ਬੋਲੀਏ, ਹਲੇ ਇੱਕੋ ਹੀ ਫੈਸਲਾ ਵੀ ਭਾਈ ਤੂੰ ਪੇਸ਼ ਹੋ ਜਾ, ਜੇ ਤੇਰੇ ਬੰਦੇ ਆਇਆ ਜਾ ਕੇ ਸੁਨੇਹਾ ਲਾ ਦਿਓ। ਹੁਣ ਐਡੀ ਜਲਦੀ ਖਹਿੜਾ ਨਹੀਂ ਜੇ ਛੁੱਟਣਾ। ਤੇ ਭਾਈ ਫਤਿਹ ਸਿੰਘ 2 ਮਿੰਟ, ਉਦੋਂ ਬਾਅਦ ਆਪਾਂ ਨੇੜੇ ਆ ਜਾਓ ਸਿੰਘੋ, ਆਪਾਂ ਵਿਚਾਰ ਕਰੀਏ ਤੇ ਅਗਲੀ ਕਾਰਵਾਈ ਕੀ ਕਰਨੀ ਆ, ਆਪਾਂ ਅਗਲੀਆਂ ਵਿਚਾਰਾਂ। ਮੈਂ ਇਤਿਹਾਸ ਵਿੱਚੋਂ ਥੋੜਾ ਜ਼ਿਕਰ ਕਰਦਾ। ਆਪਣੇ ਭਾਈ ਨਛੱਤਰ ਸਿੰਘ ਨੇ ਵੀ ਗੱਲ ਕੀਤੀ, ਉਹਨਾਂ ਨੇ ਬੜੇ ਸੋਹਣੇ ਵਿਚਾਰ ਦਿੱਤੇ ਵੀ ਆਪਣੇ ਇਤਿਹਾਸ ਤੋਂ, ਗੁਰੂ ਸਾਹਿਬਾਂ ਤੋਂ ਵੀ ਬੰਦਿਆਂ ਨੇ, ਕਈਆਂ ਨੇ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦੇ ਪਰਿਵਾਰ ਵਿੱਚੋਂ ਬਾਣੀ ਦੀ ਬੇਅਦਬੀ ਕਰਨ ਦੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਨੇ ਰਚ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਹੈ ਤੇ ਕੀਰਤਨ ਹੁੰਦਾ, ਉਦੋਂ ਭਾਈ ਮਿਹਰਬਾਨ ਨੇ ਕੋਸ਼ਿਸ਼ ਕੀਤੀ ਆਪਣੀ ਬਾਣੀ ਵਿਚਾਰ ਕੇ ਉੱਥੇ ਰਾਗੀ ਸਿੰਘ ਗਾਉਣ ਦੀ। ਉਸ ਤੋਂ ਬਾਅਦ ਘਟਨਾ ਵਾਪਰੀ ਦੀ ਆ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੂਪ ਲਿਖਾ ਦਿੰਦੇ ਨੇ ਭਾਈ ਗੁਰਦਾਸ ਜੀ ਨੂੰ ਲਾ ਕੇ, ਤੇ ਸੰਗਤ ਜੀ ਭਾਈ ਬੰਨੋ ਦੀ ਡਿਊਟੀ ਲਾਈ ਜਾਂਦੀ ਲਾਹੌਰ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਲਦ ਬਣਾਈ ਜਾਵੇ। ਭਾਈ ਬੰਨੋ ਜਦੋਂ ਜਾਂਦਾ ਗੁਰੂ ਸਾਹਿਬ ਦਾ ਸਰੂਪ ਲੈ ਕੇ, ਜਿਹੜਾ ਮਹਾਰਾਜ ਨੇ ਲਿਖਾ ਦਿੱਤਾ ਸੀ ਭਾਈ ਗੁਰਦਾਸ ਜੀ ਕੋਲੋਂ, ਉਹ ਸਰੂਪ ਲਾਹੌਰ ਲੈ ਕੇ ਜਾਂਦੇ ਉੱਥੋਂ ਬਣਾਈ ਜਾਵੇ। ਤੇ ਉਹਨੇ ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਇੱਕ ਤਿਆਰ ਕਰ ਲਿਆ, ਕਾਪੀ ਕਰ ਲਿਆ, ਬਿਲਕੁਲ ਉਹੀ ਸੇਮ, ਅਜੇ ਕਿ ਉਹ ਬਿਲਕੁਲ ਹੂ ਬਹੂ ਉਹੋ ਹੀ ਬਾਣੀ, ਉੱਦਾਂ ਹੀ ਲਗਾ ਮਾਤਰਾ, ਸਾਰਾ ਕੁਝ ਉੱਦਾਂ ਤਿਆਰ ਕਰਕੇ ਉਹਨੇ ਰਸਤੇ ਵਿੱਚ ਆਉਂਦਿਆਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਸਤਿਗੁਰ ਮਹਾਰਾਜ ਦੇ ਕੋਲ ਪਹੁੰਚ ਗਿਆ, ਜਿਲਤ ਬਣਾ ਕੇ, ਤੇ 2 ਸਰੂਪ ਕਰ ਲਏ। ਇੱਕ ਤੇ ਗੁਰੂ ਸਾਹਿਬ ਵਾਲਾ ਲੈ ਗਿਆ, ਇੱਕ ਆਪਣਾ ਤਿਆਰ ਕਰ ਲਿਆ। ਜਦੋਂ ਸੰਗਤ ਜੀ ਮਹਾਰਾਜ ਨੂੰ ਪਤਾ ਲੱਗਾ ਤੇ ਗੁਰੂ ਸਾਹਿਬ ਨੇ ਬਹੁਤ ਉੱਥੇ ਡਾਂਟਿਆ, ਝਿੜਕਿਆ, ਮਹਾਰਾਜ ਬਚਨ ਕੀਤੇ। ਮਹਾਰਾਜ ਕਹਿੰਦੇ ਇਹ ਕੀ ਕੀਤਾ ਸਾਡੇ ਹੁਕਮ ਤੋਂ ਬਿਨਾਂ। ਤੇ ਸੰਗਤ ਜੀ ਉਦੋਂ ਮਹਾਰਾਜ ਨੇ ਉਸ ਗ੍ਰੰਥ ਨੂੰ, ਉਸ ਬਾਣੀ ਨੂੰ ਖਾਰੀ ਬਾਣੀ ਕਿਹਾ ਹੈ, ਖਾਰੀ ਬੀੜ ਕਿਹਾ ਹੈ। ਖਾਰੀ ਬੀੜ ਦਾ ਮਹਾਰਾਜ ਨੇ ਜ਼ਿਕਰ ਕੀਤਾ ਕਿ ਇਹ ਖਾਰੀ ਬੀੜ ਹੈ। ਸੰਗਤ ਜੀ ਖਾਰੀ ਦਾ ਭਾਵ ਪਾਣੀ ਜਿਹੜਾ ਖਾਰਾ ਹੋ ਜਾਂਦਾ, ਪੀਣ ਯੋਗ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਜਿਹੜੇ ਇਸ ਗ੍ਰੰਥ ਤੋਂ ਬਾਣੀ ਪੜ੍ਹਨਗੇ ਉਹਨੂੰ ਕੋਈ ਫਲ ਨਹੀਂ ਮਿਲੇਗਾ, ਕਿਉਂਕਿ ਗੁਰੂ ਦੀ ਆਗਿਆ ਤੋਂ ਬਿਨਾਂ ਉਹਨੇ ਗ੍ਰੰਥ ਤਿਆਰ ਕਰ ਲਿਆ, ਅਜੇ ਕਿ ਹੂ ਬਹੂ ਉਹੋ ਹੀ ਲਗਾ ਮਾਤਰਾ, ਉਹੋ ਹੀ ਸ਼ਬਦ ਸਨ। ਸੰਗਤ ਜੀ ਅੱਗੇ ਰਾਮ ਰਾਏ ਨੇ ਗਲਤੀ ਕੀਤੀ, ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਉਦੋਂ ਬਚਨ ਕਰਤਾ ਜਿੱਧਰ ਨੂੰ ਮੂੰਹ ਉੱਧਰ ਨੂੰ ਚਲਿਆ ਜਾ। ਸੰਗਤ ਜੀ ਉਦੋਂ ਲਾਹੌਰ ਨੂੰ ਮੂੰਹ ਸੀ ਰਾਮ ਰਾਏ ਦਾ ਤੇ ਲਾਹੌਰ ਨੂੰ ਚਲਿਆ ਗਿਆ। ਕੋਸ਼ਿਸ਼ ਕੀਤੀ ਕਿ ਮੈਂ ਪਿਤਾ ਸਤਿਗੁਰ ਮਹਾਰਾਜ ਭੁੱਲ ਬਖਸ਼ਾਲ। ਸੰਗਤ ਜੀ ਕਰਤੇ ਕੀਮਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ। ਸਿੰਘ ਨੇ ਬਾਣੀ ਪੜ੍ਹਦਿਆਂ ਸ੍ਰੀ ਅਨੰਦਪੁਰ ਸਾਹਿਬ ਇੱਕ ਮਾਤਰਾ ਲਾ ਦਿੱਤੀ, ਲਾਤੀ ਜਿੱਥੇ ਦਲਾਵਾਂ ਲਾਉਣੀਆਂ ਸੀ। ਤੇ ਮਹਾਰਾਜ ਨੇ ਉਦੋਂ ਝਿੜਕਿਆ, ਡਾਂਟਿਆ। ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਜਿਹੜੀ ਸੁਧਾਈ ਦੇ ਨਾਲ
ਸਤਿਗੁਰੂ ਮਹਾਰਾਜ ਸੰਥਿਆ ਕਰਾਈ ਜਦੋਂ ਫਿਰ ਮਹਾਰਾਜ ਬਚਨ ਕੀਤੇ ਕਿ ਦਮਦਮਾ ਸਾਹਿਬ ਅਸੀਂ ਕਰਾਵਾਂਗੇ। ਕਹਿਣ ਦਾ ਭਾਵ ਸੰਗਤ ਜਿਹੜੇ ਇਤਿਹਾਸ ਵਿੱਚ ਆਪਣੇ ਜ਼ਿਕਰ ਆਉਂਦੇ ਆ ਸਾਨੂੰ ਸਿੱਖਿਆ ਮਿਲਦੀ ਕਿ ਬਾਣੀ ਤੋਂ ਤੇ ਕੋਈ ਚੀਜ਼ ਨਹੀਂ ਹੈਗੀ। ਜਿੱਦਾਂ ਪਿੱਛੇ ਆਪਾਂ ਸਿੰਘਾਂ ਕੋਲੋਂ ਸੁਣ ਲਿਆ ਨਾ ਕਿ ਮੁਸਲਮਾਨ ਵਾਸਤੇ ਮੱਕੇ ਤੋਂ ਪਰੇ ਉਜਾੜ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹਰਿਮੰਦਰ ਸਾਹਿਬ ਤੋਂ ਪਰੇ ਸਾਡੇ ਵਾਸਤੇ ਉਜਾੜ ਹੈ। ਇਸ ਕਰਕੇ ਬਾਣੀ ਨਾਲ ਕੋਈ ਸਮਝੌਤਾ ਨਹੀਂ। ਥਮਿੰਦਰ ਆਨੰਦ ਨੂੰ ਇਹ ਚੇਤਾਵਨੀ ਆ ਸੰਗਤ ਜੀ, ਬੇਨਤੀ ਨਹੀਂ ਕੋਈ, ਉਹ ਬੰਦੇ ਦਾ ਪੁੱਤ ਬਣ ਜਾਵੇ। ਸਿੰਘ ਉਹਦੇ ਮਗਰ ਹੁਣ ਪੈ ਗਏ ਆ, ਖਾਲਸਾ ਪੰਥ ਕੌਮ ਉਹਦੇ ਮਗਰ ਪੈ ਗਈ। ਹੁਣ ਖਹਿੜਾ ਨਹੀਂ ਛੱਡਦੀ ਜਿੰਨਾ ਰੋ ਸੈੱਟ ਨਹੀਂ ਹੁੰਦਾ, ਜਿੰਨਾ ਰੋ ਆ ਕੇ ਪੇਸ਼ ਨਹੀਂ ਹੁੰਦਾ। ਇਹ ਸੋ ਬੇਨਤੀਆਂ ਆਪਣੀਆਂ ਜਿਹੜੀਆਂ ਮੈਂ ਰੱਖੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।